ਕਰਨਾ ਸਾਡੀ ਵਾਰੀ ਭਾਈ ਮੈਨੂੰ ਉਹ ਬੰਦੇ ਦਾ ਵੀ ਦੱਸੋ ਜਿਹਨੂੰ ਛੁਰੀ ਮਾਰੀ ਉਹਨੇ ਕੀ ਕੀਤਾ ਸੀ, ਉਹ ਮੈਨੂੰ ਪਤਾ ਹੋਣਾ ਚਾਹੀਦਾ। ਕਿੰਨੇ ਜਿਹਨੂੰ ਮੀਆਂ ਜੀਤ ਨੇ ਛੁਰੀ ਮਾਰੀ ਹੈ ਭਾਈ ਮਤਲਬ ਆਪਣਾ ਰਾਣਾ ਸਾਹਿਬ ਜਿਨਨੇ ਫਖਰੁद्दीन ਮੁਲਤਾਨੀ ਨੇ ਜਿਹੜਾ ਜੁਰਮ ਕੀਤਾ ਹੈ ਉਹ ਤੁਹਾਡੀ ਨਜ਼ਰ ਚ ਜੁਰਮ ਹੈ ਨਾ। ਸੁਣ ਤੇ ਲੋ ਨਾ, ਸੁਣ ਤੇ ਮੈਨੂੰ ਨਹੀਂ ਨਾ ਪਤਾ ਕੀ ਕੀਤਾ, ਮੈਂ ਕਿਉਂ ਅਜੇ ਆਪਣਾ ਮੈਂ ਦੱਸਣਾ ਸਰ, ਤੁਹਾਡੇ ਖਲੀਫਾ ਦੀ ਗੁਸਤਾਖੀ ਕੀਤੀ ਉਹਨੇ, ਤੋਹੀਨ ਕੀਤੀ। ਇਹੋ ਹੀ ਗੁਸਤਾਖੀ ਤੇ ਤੋਹੀਨ ਅਸੀਂ ਸਮਝਨੇ ਸਲਮਾਨ ਤਸੀਰ ਨੇ ਕੀਤੀ ਸਾਡੇ 295 ਸੀ ਦੀ। ਹੁਣ ਇੱਕ ਛੁਰੀ ਮਾਰੀ ਉਹਨੇ, ਇੱਕ ਛੁਰੀ ਮਾਰੀ ਸਾਡੇ ਬੰਦੇ ਨੇ, ਉਹ ਫਾਂਸੀ ਚੜ ਕੇ ਆ ਗਿਆ ਤੇ ਸਾਡਾ ਬੰਦਾ ਫਾਂਸੀ ਲੱਗ ਕੇ ਆ ਗਿਆ। ਇਹਦੇ ਤੇ ਫੁੱਲ ਚਾੜਨੇ ਗੰਦਗੀ ਫੈਲਾਣੀ ਹੈ, ਉਹਦੇ ਤੇ ਫੁੱਲ ਚਾੜਨੇ ਜਾਇਜ਼ ਸਨ। ਹੁਣ ਅਮਰ ਸਾਹਿਬ ਮੇਰੀ ਇੱਕ ਗੱਲ ਸੁਣੋ, ਚਲੋ ਜਿਸ ਬੰਦੇ ਨੇ ਸੁਹਾਬਾ ਕਰਾਮ ਨੇ ਅੱਜ ਐਮਕੇਐਸ ਕੀ ਨਾਮ ਥਲੇ ਮੈਂ ਤਾਂ ਨਾਮ ਨਹੀਂ ਪੜਾ ਗਿਆ, ਦੇਖ ਲਓ ਕਾਦੀਆਂ ਨੇ ਮਲੰਗ ਦਾ ਜਵਾਬ ਤੁਸੀਂ ਦੇਖ ਲਓ। ਉਹ ਗੱਲ ਤੇ ਕਰਨ ਦੇ ਦੋ ਵਾਕਿਆਤ ਸਿੱਧੇ ਸਾਹਮਣੇ ਰੱਖੇ ਨੇ, ਉਹ ਤੂੰ ਚੁੱਪ ਕਰ ਸਕਦਾ ਇੱਕ ਮਿੰਟ, ਉਹਨਾਂ ਨੂੰ ਛੱਡ ਕੇ ਤੇ ਸਾਹਬਾ ਕਰਾਮ ਵੱਲ ਪਹੁੰਚ ਗਿਆ ਮਲੰਗ। ਮੇਰੀ ਗੱਲ ਮੈਨੂੰ ਗੱਲ ਕਰਨ ਦੇ। ਨਹੀਂ ਰਾਣਾ ਸਾਹਿਬ ਤੁਸੀਂ ਗੱਲ ਪਿੱਛੇ ਨੂੰ ਨਾ ਲੈ ਕੇ ਜਾਓ, ਇੱਥੇ ਹੀ ਰੱਖੋ ਨਾ ਗੱਲ। ਮੈਂ ਇੱਥੇ ਨਹੀਂ ਰੱਖਣੀ, ਮੈਂ ਨਹੀਂ ਗੱਲ ਇੱਥੇ ਰੱਖਣੀ ਹੈ ਜਾਂ ਆਖੋ ਮੇਰੀ ਗੱਲ ਸੁਣੋ। ਹੋਲਡ ਆਨ ਅਗਰ ਇਹੀ ਸੁਣਨ ਤੁਹਾਨੂੰ ਸਾਹਬਾ ਚ ਲੱਭੇ ਔਰ ਭਾਈ ਰਾਣਾ ਸਾਹਿਬ ਉਹਦੇ ਪੜਾਇਆ ਹੋਵੇ ਰਾਣਾ ਫਿਰ ਤੁਸੀਂ ਉਹ ਤਾਂ ਮੈਨੂੰ ਕੀ ਕਹੋਗੇ? ਰਾਣਾ ਸਾਹਿਬ ਮੈਂ ਕਹਿਣਾ ਕਿ ਤੁਸੀਂ ਇਹਨਾਂ ਦੋਵਾਂ ਅਮਲਾਂ ਨੂੰ ਇੱਕੋ ਜਿਹਾ ਇਹਨਾਂ ਦੋਵਾਂ ਦੀ ਮਿਸਾਲ ਮੈਨੂੰ ਪਿੱਛੋਂ ਚਾਹੀਦੀ ਹੈ। ਉਹ ਵੀ ਹੈ ਪਿੱਛੇ ਕੋਈ ਮਿਸਾਲ ਹੈ ਜਾਂ ਨਹੀਂ ਹੈ, ਉਦੋਂ ਹਾਲਾਤ ਹੀ ਹੋ ਸਕਦਾ। ਹੁਣ ਜਿਹੜੇ ਹਾਲਾਤ ਨਹੀਂ ਆ, ਹਾਲਾਤ ਮੇਰੇ ਹਰ ਵੇਲੇ ਡਿਫਰੈਂਟ ਹੀ ਹੁੰਦੇ ਨੇ ਹਰ ਟਾਈਮ। ਲੀਮ ਸਾਹਿਬ ਆਏ ਨੇ, ਲੀਮ ਸਾਹਿਬ ਨੂੰ ਜਾਣਗੇ ਹਾਲਾਤ ਕੱਲ ਬਦਲ ਜਾਣਗੇ। ਹਾਲਾਤ ਦਾ ਕੀ ਹੈ? ਅੱਛਾ ਇਹ ਗੱਲ ਰਾਣਾ ਸਾਹਿਬ ਮੈਨੂੰ ਮਲਕ ਸਾਹਿਬ ਨੂੰ ਤੇ ਵੈਲਕਮ ਕਰ ਲੈਣ ਦਿਓ। ਕਿਹੜੇ ਕਰ ਲਓ ਮਲਕ ਸਾਹਿਬ ਨੂੰ ਵੈਲਕਮ ਕਰੋ। ਮਲਕ ਸਾਹਿਬ ਅਲੀਮ ਭਾਈ ਆਏ ਨੇ। ਮਲਕ ਸਾਹਿਬ ਖੁਸ਼ ਆਮਦੀਦ। अस्सलाम वालेकुम रहमतुल्लाह व नवी बरकातहू। भर्ती शुरू हो गई। वालेकुम सलाम। आमिर साहब की हाल है? खरीदा ठीक हो? अल्लाह दा करम शुक्र है। मलक साहब है कीदत फुल चाड़ने पे दीन दी खातर जान कुर्बान वाले ओ यार चाड़ो ना चाड़ो, इस ना दीन दा मेरा कोई ताल्लुक नहीं। किसी नु चाड़ो वट्टे मारो मेरा की ताल्लुक। जिन्ना ते फुल पे चाड़ दियो दिल च अंदर उन्हें फेंटियां भी पैंदियां। चलो असली ते ज़ाहिरी इल्म ते फैसला करने ना पे साडा कोई फैसला नहीं है, अल्लाह दे फैसले मैं नहीं। मलक साहब ने सीधा कहा ना कि जी फुल चाड़ो या ना चाड़ो मेनू कहंदे हो, मैं तो उंजी आ गया। अल्लाह पाक ने किन्नू जन्नत भेजना है किन्नू दोज़ख भेजना है, वो तो अल्लाह मेरा कोई ताल्लुक नहीं है ना। अल्लाह ने मेरा अखा लगना है, मैंने अपना नहीं पता, मैंने की पता कर। मैंने अपना किसी ने भी नहीं पता, अपना पता है नहीं। तुसी ऐलान करो, मैंने पता है अल्लाह ताला मेरे नाल की करेगा। बोलो तुसी। मलक साहब मेनू भी नहीं पता, मैं कदों पे दावा करना। खत्म हो गई गल है, मैं ना गल्ला जानदा फायदा ही नहीं, मकसद ही नहीं। सुनो तो सही ना, गल तो सुनो। ज़ाहिरी इल्म दी बिना पे ਅਸੀਂ ਵੇਖਨੇ ਜੋ ਤੁਸੀਂ ਗੱਲਾਂ ਕਰਨ ਦੇ ਨਾ, ਹਰ ਕਾਫਰ ਨੂੰ ਗਲਤ ਮਾਰਿਆ ਗਿਆ। ਫਿਰ ਨਾ ਜਿਹੜੇ ਕਾਫਰ ਨੂੰ ਕਤਲ ਕੀਤਾ ਗਿਆ। ਜਾਓ ਨਾ ਰਾਣਾ ਸਾਹਿਬ ਹੌਸਲਾ ਕਰੋ, ਮਿਊਟ ਕਰੋ ਮੈਂ ਇਹ ਕਹਿਣਾ। ਦੇਖੋ ਜੀ ਕਾਦੀਆਂ ਨੇ ਮਲੰਗ ਸਾਹਿਬ ਦੂਜਿਆਂ ਨੂੰ ਵੀ ਵਾਰੀ ਦਿਓ। ਮਲਕ ਸਾਹਿਬ ਆ ਗਏ ਨੇ ਤੁਹਾਡੇ ਸੀਨੀਅਰ ਨੇ। दीन दे जज्बे दी खातर जान कुर्बान करना ते उस जज्बे नूं हुण अकीदत दे फुल चाढ़ना हक है साडा या असीं गलत करने आ जे चाढ़ने अकीदत दे फुल मुमताज कोई जान दीन कोई जान नहीं पिया मंगदा भाई जान दे दो मेरे वास्ते। क्योंकि इस्लाम है कहंदा मेरे वास्ते जान दे दो। इस्लाम देखो मेरे ते अमल करो, जेड़े मेरे अल्लाह ताला दे अहकामात हन उन्हां ते अमल करो। ਇਹ ਪਤਾ ਨਹੀਂ ਕਿਹੜਾ ਦੀਨ ਹੈ, ਜਾਨ ਦੇ ਦੋ ਤੇ ਜਾਨ ਲੈ ਲਓ, ਜਾਨ ਦੇ ਦੋ ਤੇ ਦੀਨ ਹੀ ਸਾਰਾ ਤੁਹਾਡੇ ਸਾਹਿਬ ਦੀ ਪੋਟੇ। ਅੱਛਾ ਤਾਰਕ ਸਾਹਿਬ ਨੂੰ ਸਲਾਮ ਦੁਆ ਕਰ ਲੈਣ ਦਿਓ ਆਪਣਾ ਮਲਕ ਸਾਹਿਬ। ਬਿਸਮਿਲ੍ਲਾ ਜੀ। ਮੈਂ ਉਸ ਵੇਰ ਦਾ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਪਰ ਤੁਹਾਡੇ ਐਂਡ ਪਖੇ ਸੀ। ਮੈਂ ਕਿਹਾ ਨਹੀਂ ਇਹ ਚਲਦੀਆਂ ਮਸ਼ੀਨਾਂ ਚੋਂ ਗਰੀਸ ਦੇਣ ਵਾਲਾ ਵੀ ਕੋਈ ਨਹੀਂ ਤੇ ਮੈਂ ਹੱਥ ਵੜਾਵਾਂਗਾ। ਤੇਰੇ ਬਾਬਾ ਗਰਮ ਮਾਹੌਲ ਚੱਲਦਾ ਪਿਆ ਸੀ, ਹੁਣ ਜ਼ਰਾ ਠੰਡਾ ਹੋਇਆ। ਗੱਲ ਇਹ ਕਿ ਹੁਣ ਤੁਸੀਂ ਥੋੜੀ ਜਿਹੀ ਜਿਹੜੀ ਤਹਿਰੀਰ ਪੜ੍ਹੀ ਹੈ ਪਹਿਲੇ ਤਾਂ ਮੈਨੂੰ ਪਤਾ ਹੀ ਨਹੀਂ ਸੀ ਨਾ ਇਸ ਵਾਕਿਏ ਦਾ ਸਹੀ ਤਰ੍ਹਾਂ। ਤੇ ਇਮਾਮ ਜਮਾਤ ਅਹਿਮਦੀਆ ਨੇ ਉਦੋਂ ਉਹਨੂੰ ਇਸ ਚੀਜ਼ ਨੂੰ ਗਲਤ ਕਿਹਾ ਕਿ ਜੋ ਫੇਲ ਹੋਇਆ ਉਹ ਗਲਤ ਹੈ। ਲੇਕਿਨ ਕਿਸੇ ਭਾਈ ਦੀ ਵਫਾਤ ਤੋਂ ਬਾਅਦ ਉਹਦੀ ਮਗਫਰਤ ਦੀ ਦੁਆ ਮੰਗਣਾ ਇਹ ਬਿਲਕੁਲ ਜਾਇਜ਼ ਹੈ, ਇਹਦੇ ਕੋਈ ਹਰਜ ਨਹੀਂ। ਆਹ ਦੁਆ ਨਹੀਂ ਮੰਗੀ, ਬੇਇੱਜ਼ਤੀ ਮਕਬਰੇ ਦਫਨ ਕੀਤਾ ਹੈ। ਇੱਕ ਕਾਤਲ ਨੂੰ ਬੇਇੱਜ਼ਤੀ ਮਕਬਰੇ ਚ ਕਤਲ ਕੀਤਾ ਹੈ। ਤੇਰਾ ਕੋਈ ਤਲਕ ਹੈ? ਇਹ ਗੱਲ ਅਮਨ ਨਜ਼ੀਰ ਨਾਲ ਕਰਦਾ, ਤੇਰਾ ਨਾਮ ਅਮਨ ਨਜ਼ੀਰ। ਗੱਲ ਕਰਨ ਤਾਰਕ ਸਾਹਿਬ ਨੂੰ ਗੱਲ ਕਰੋ। ਤਾਰਕ ਸਾਹਿਬ ਬੜੀ ਕਰੋ। ਹਾਂਜੀ ਅੱਛਾ, ਹੁਣ ਅਗਲੀ ਗੱਲ, ਜਮਾਤ ਨੇ ਉਸ ਫੇਲ ਨੂੰ ਐਪਰੀਸ਼ੀਏਟ ਨਹੀਂ ਕੀਤਾ। ਇਸੇ ਵਜ੍ਹਾ ਤੋਂ ਅੱਜ ਤੱਕ ਜਮਾਤ ਜਿਹੜੀ ਨਾ ਇਹਨਾਂ ਮਾਮਲਾਤ ਵਿੱਚ ਇਹੋ ਜਿਹੇ ਜੁਰਾਇਮ ਤੋਂ ਬਚੀ ਰਹਿੰਦੀ ਹੈ। ਹੁਣ ਤੁਸੀਂ ਜੋ ਹੁਣ ਗੱਲ ਸੁਣਨੀ ਇਸ ਤਰ੍ਹਾਂ ਖੇਡ ਨਹੀਂ ਕਰਨੀ, ਇੱਕ ਸੰਜੀਦਾ ਗੱਲ ਹੋ ਰਹੀ ਹੈ। ਤੁਸੀਂ ਮੁਮਤਾਜ਼ ਕਾਦਰੀ ਸਾਹਿਬ ਨੂੰ
ਐਪਰੀਸ਼ੀਏਟ ਕੀਤਾ। ਬੜੀ ਸੋਹਣੀ ਗੱਲ ਹੈ, ਤੁਹਾਡਾ ਆਪਣਾ ਈਮਾਨ ਹੈ, ਤੁਹਾਡਾ ਆਪਣਾ ਤਰੀਕਾਕਾਰ ਹੈ, ਬੜੀ ਅੱਛੀ ਗੱਲ ਹੈ। ਦੇਖੋ ਇਹਦਾ ਹੁਣ ਨਤੀਜਾ ਕੀ ਨਿਕਲਿਆ? ਇਹਦਾ ਨਤੀਜਾ ਇਹ ਨਿਕਲਿਆ ਕਿ ਤਨਵੀਰ ਕਾਦਰੀ ਸਾਹਿਬ ਉੱਠੇ ਨੇ, ਉਹਨਾਂ ਨੇ ਕਿਹਾ ਮੈਂ ਵੀ, ਮੇਰਾ ਵੀ ਸ਼ਾਇਦ ਕਿਤੇ ਮਜ਼ਾਰ ਬਣ ਜਾਏ। ਉਹਨਾਂ ਲੰਦਨ ਜਾ ਕੇ ਇੱਕ ਬੰਦੇ ਨੂੰ ਜਿਹੜਾ ਨਾ ਧਰ ਰੱਖਿਆ। ਇਹਦਾ ਅਗਲਾ ਨਤੀਜਾ ਜਿਹੜਾ ਉਹ ਨਿਕਲਿਆ ਖੁਸ਼ਾਬ ਵਿੱਚ ਇੱਕ ਮੁਸਲਮਾਨ ਨੇ, ਬਰੇਲਵੀ ਮੁਸਲਮਾਨ ਮੈਨੇਜਰ ਨੂੰ ਜਾ ਕੇ ਜਿਹੜਾ ਸ਼ਹੀਦ ਕਰ ਦਿੱਤਾ ਹੈ। ਹੁਣ ਬਹੁਤ ਘੰਟੇ ਟੁੱਟ ਗਏ ਨੇ। ਉਹ ਗੱਲ ਤੇ ਸੁਣ ਲਓ ਕੀ ਹੋ ਗਿਆ ਜੀ। ਨਹੀਂ ਫਿਰ ਸਾਰੀਆਂ ਗਿਣੀ ਜਾਓਗੇ ਮਿਸਾਲਾਂ ਤੇ ਫਿਰ ਚੌਥੀ ਮਿਸਾਲ ਆਣ ਦਿਓ ਨਾ। ਅੱਛਾ, ਇੱਕ ਹੋਰ ਤੁਹਾਡਾ ਖਾਲਦ ਗਾਜ਼ੀ ਉੱਠਿਆ, ਉਹਨੇ ਜਾ ਕੇ ਅਦਾਲਤ 'ਚ ਇੱਕ ਬੰਦੇ ਨੂੰ ਧਰ ਰੱਖਿਆ। ਇਹ ਹੁੰਦਾ ਐਪਰੀਸੀਏਸ਼ਨ ਦਾ ਨਤੀਜਾ। ਹਾਂਜੀ, ਜੇ ਉਹਨੂੰ ਗਲਤ ਨੂੰ ਗਲਤ ਕਿਹਾ, ਬਾਕੀ ਉਹਦੇ ਮਗਫਰਤ ਦੀ ਦੁਆ ਕੀਤੀ, ਤੇ ਇਹਦੇ ਤੁਹਾਨੂੰ ਪਤਾ ਨਹੀਂ ਕਿਉਂ ਮਸਲਾ ਪੈਦਾ ਹੋਇਆ। ਸੁਣੋ ਜਦੋਂ ਉਹਨੇ ਸਰਹੱਦੀ ਕਾਜ਼ੀ ਮੁਹੰਮਦ ਅਲੀ ਸਰਹੱਦੀ ਉਹਨੂੰ ਕਹਿੰਦੇ ਸਨ, ਉਹਨੇ ਜਦੋਂ ਮਾਰਿਆ ਨਾ ਮਿਸਤਰੀਆਂ ਦੇ ਬੰਦੇ ਨੂੰ, ਤੇ ਤੁਹਾਡੇ ਖਲੀਫਾ ਸਾਹਿਬ ਨੇ ਉਹਦਾ ਜਨਾਜ਼ਾ ਪੜਾਇਆ। ਨਾ ਸਿਰਫ ਜਨਾਜ਼ਾ ਪੜਾਇਆ ਬਲਕਿ ਉਹਦੇ ਜਨਾਜ਼ੇ ਨੂੰ ਕੰਧਾ ਦਿੱਤਾ। ਉਹਦੇ ਜਨਾਜ਼ੇ ਨੂੰ ਕੰਧਾ ਦੇ ਕੇ ਉਹਦਾ ਜਨਾਜ਼ਾ ਚੱਕ ਕੇ ਆਪ ਬਸ਼ਤੀ ਮਕਬਰੇ 'ਚ ਖੜ ਕੇ ਦਫਨਾਇਆ। ਉਹਨੂੰ ਐਪਰੀਸ਼ੀਏਟ ਕਰਨ ਤੋਂ ਬਾਅਦ ਇਹ ਵਾਕਿਆ ਹੋਇਆ ਕਿ ਫਖਰੁਦੀਨ ਮੁਲਤਾਨੀ ਨੂੰ ਇਸ ਬੰਦੇ ਛੁਰਾ ਮਾਰਿਆ, ਮੀਆਂ ਅਜ਼ੀਜ਼ ਅਹਿਮਦ ਨੇ। ਜਿਸ ਵੇਲੇ ਇਹ ਫਾਇਲ ਲੱਗ ਕੇ ਆਇਆ ਤੇ ਇਹਦੇ ਬਾਰੇ ਆਖਿਆ ਕਿ ਹੁਣ ਅਸੀਂ ਇਹਨੂੰ ਦੀਨ ਦੀ ਖਾਤਰ ਜਾਨ ਕੁਰਬਾਨ ਕਰਨ ਦੇ ਜਜ਼ਬੇ ਨੂੰ ਕੀਦਾ ਤੇ ਫੁੱਲ ਚੜਨ ਆਏ। ਤੇ ਉਸ ਤੋਂ ਬਾਅਦ ਵੀ ਕਈ ਵਾਕਿਆਤ ਐਸੇ ਹੋਏ ਨੇ ਕਿ 1935 ਤਾਈਂ ਤੁਸਾਂ 40 ਤਾਈਂ ਤੁਸਾਂ ਕੀਤਾ, ਅੱਗੋਂ ਪਾਕਿਸਤਾਨ ਬਣ ਗਿਆ ਨਾ, ਮਸਲੇ ਤੁਹਾਡੇ ਵਾਸਤੇ ਪੈਦਾ ਹੋ ਗਏ। 1947 ਚ ਮੁਲਕ ਹੀ ਦੋ ਟੋਟੇ ਹੋ ਗਿਆ। ਜਿਹੜਾ ਹਿੰਦੁਸਤਾਨ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਸੀ, ਜਿਸ ਮਾਹੌਲ ਵਿੱਚ ਦੋ ਬੰਦਿਆਂ ਨੇ ਤੁਹਾਡੇ ਖਲੀਫਾ ਸਾਹਿਬ ਦੀ ਇੱਜ਼ਤ ਦੀ ਖਾਤਰ, ਇਸਮਤ ਦੀ ਖਾਤਰ ਜਾਨ ਕੁਰਬਾਨ ਕੀਤੀ ਤੇ ਫਾਂਸੀ ਲੱਗ ਕੇ ਆਏ, ਉਹ ਮਾਹੌਲ ਹੀ ਤਬਦੀਲ ਹੋ ਗਿਆ ਤੇ ਮੁਲਕ ਲਹਿਦਾ ਹੋ ਗਿਆ। ਉਹ ਹੁਕੂਮਤਾਂ ਹੀ ਖਤਮ ਹੋ ਗਈਆਂ। ਅਗਰ ਜਾਰੀ ਰਹਿੰਦੀ, ਸੁਣ ਲਓ, ਅਗਰ ਉਹ ਹੁਕੂਮਤ ਜਾਰੀ ਰਹਿੰਦੀ ਬਰਤਾਨਵੀ ਹੁਕੂਮਤ, ਤੇ ਮਜ਼ੀਦ ਬੰਦੇ ਵੀ, ਉਹ ਜਦੋਂ ਤੁਹਾਡੇ ਖਲੀਫਾ ਸਾਹਿਬ ਕਹਿੰਦੇ ਨੇ ਕਿ ਅਸੀਂ ਆਪਣੇ ਮਿਰਜ਼ਾ ਸਾਹਿਬ ਵਾਸਤੇ ਤੇ ਸਿਲਸਿਲੇ ਦੀ ਇੱਜ਼ਤ ਵਾਸਤੇ ਖੂਨ ਦਾ ਆਖਰੀ ਕਤਰਾ ਤੱਕ ਬਹਾਣ ਵਾਸਤੇ ਤਿਆਰ, ਆਖਰੀ ਕਤਰਾ। ਤੇ ਜਨਾਬ ਇਹ ਬੰਦਾ 1938 ਚ ਲੱਗ ਕੇ ਆਇਆ ਫਾਏ, ਤੇ ਇਹਦੇ ਬਾਅਦ 9 ਸਾਲ ਬਾਅਦ ਮੁਲਕ ਹੀ ਦੋ ਟੋਟੇ ਹੋ ਗਏ। ਨਹੀਂ ਤੇ ਇਹ ਤੇ ਖੂਨ ਦਾ ਆਖਰੀ ਕਤਰਾ ਬਣਾ ਸੀ। 9 ਸਾਲ ਕਈ ਬੰਦੇ ਮਰ ਸਕਦੇ ਨੇ। ਹੁਣ ਮੈਨੂੰ ਇਹ ਦੱਸੋ, ਅੱਛਾ ਇੱਕ ਗੱਲ ਛੋਟੀ ਜੀ ਐਸੇ ਤਰੀਰ ਚ ਹੋਏ ਨਾ, ਕਿਤੇ ਮਿਰਜ਼ਾ ਬਸ਼ੀਰੁਦੀਨ ਮਹਿਮੂਦ ਅਹਿਮਦ ਸਾਹਿਬ ਨੇ ਕਿਤੇ ਮੌਜਜ਼ਾ ਤੇ ਨਹੀਂ ਲਿਖਿਆ? ਉਹ ਜਿਸਲੇ ਫਾਂਸੀ ਲੱਗ ਕੇ ਆਇਆ ਤੇ ਉੱਠ ਕੇ ਬਹਿ ਗਿਆ, ਉਸ ਜਿਹੜੀ ਵੀ ਉਹ ਗੱਡੀ 'ਚ ਬੈਠਾ ਹੋਇਆ ਸੀ, ਉੱਠ ਕੇ ਬਹਿ ਗਿਆ, ਉਹਨੇ ਹੱਥ ਲਾਇਆ ਅਹਿਮਦੀਆਂ ਨੂੰ, ਤਾਂ ਕਿ ਕਿਤੇ ਉਹ ਦੂਸਰੇ ਗੈਰ ਅਹਿਮਦੀ ਵੇਖਦੇ ਨੇ, ਉਹ ਨਾ ਵੇਖ ਲੈਣ, ਮੈਂ ਤੁਹਾਨੂੰ ਤਸੱਲੀ ਦੇਣ ਆਇਆ। ਤੋ ਇਹ ਜੀ ਕਹਾਣੀ ਤੇ ਨਹੀਂ ਪਾਈ ਵਿੱਚ? ਬਿਲਕੁਲ ਪਾਈ ਹੈ। ਕੀ ਤਰਕ ਸਾਹਿਬ? ਬਿਲਕੁਲ ਕਹਾਣੀ ਪਾਈ ਹੈ, ਮੌਜਜ਼ਾ ਦੱਸਿਆ ਹੈ, ਉਹ ਤੁਹਾਨੂੰ ਮੈਂ ਦੱਸ ਦੇਣਾ। ਨਹੀਂ ਤੇਰੇ ਕੋਲ ਮੈਂ ਮੌਜਜ਼ੇ ਪੁੱਛਣਾ ਹੀ ਨਹੀਂ। ਮੈਂ ਇੱਕ ਮਿੰਟ ਤਾਰਕ ਸਾਹਿਬ ਬੱਚਿਆਂ ਨਾਲ ਗੱਲ ਕਰਨ ਲੱਗ ਪਿਆ। ਤਾਰਕ ਸਾਹਿਬ ਮੁਖਤਸਰ ਰਿਪੀਟ ਕਰੋ। ਪੁੱਛਿਆ ਕਿਤੇ ਮਿਰਜ਼ਾ ਸਾਹਿਬ ਬਸ਼ੀਰੁਦੀਨ ਮਹਿਮੂਦ ਸਾਹਿਬ ਨੇ ਤਾਂ ਨਹੀਂ ਲਿਖਿਆ ਕਿ ਜਿਹਨੂੰ ਫਾਂਸੀ ਲੱਗੀ ਹੈ ਮੀਆਂ ਅਜ਼ੀਜ਼ ਜਾਂ ਜੋ ਉਸ ਤੋਂ ਪਹਿਲੇ ਸੀ, ਇਹਨੂੰ ਜਦੋਂ ਲਿਆਂਦਾ ਗਿਆ ਤੇ ਫਾਂਸੀ ਤੋਂ ਬਾਅਦ ਇਹ ਉੱਠ ਕੇ ਬਹਿ ਗਿਆ, ਇਹ ਸਾਨੂੰ ਹੱਥ ਲਾ ਗਿਆ, ਤਸੱਲੀ ਦੇ ਗਿਆ। ਹਾਂ ਮੈਂ ਦੱਸੂ। ਹਾਂਜੀ ਮੈਂ ਦੱਸੂ। ਲਿਖਿਆ ਵੇ ਜਨਾਬ, ਲਿਖਿਆ ਮੌਜਜ਼ਾ ਲਿਖਿਆ ਜੇ ਜੀ ਕਾਜ਼ੀ ਮੁਹੰਮਦ ਅਲੀ ਹੈ ਨਾ, ਜਿਹੜਾ ਸਰਹੱਦੀ ਫਾਇਲ ਲੱਗਾ ਸੀ, ਉਹਦੇ ਬਾਰੇ ਤੁਹਾਡੇ ਖਲੀਫਾ ਸਾਹਿਬ ਨੇ ਦੱਸਿਆ, ਅਲ ਫਜ਼ਲ ਅਖਬਾਰ 'ਚ ਲਿਖਿਆ ਕਿ ਉਹਨੂੰ ਇਲਾਮ ਹੋਇਆ ਸੀ ਵਮਾ ਕਤਲੂਹੂ ਵਮਾ ਸਲਬੂਹੂ। ਇਲਾਮ ਨੂੰ ਛੱਡੋ ਨਾ, ਜ਼ਾਹਿਰੀ ਜਿੰਦਾ ਸੁਣ ਲਓ, ਮੈਂ ਮੌਜਜ਼ਾ ਪੇਸ਼ ਕਰਨ ਲੱਗਾ, ਤੁਸੀਂ ਹੌਸਲਾ ਕਰੋ। ਉਸ ਇਲਾਮ ਦੇ ਨਤੀਜੇ ਵਿੱਚ ਕਿ ਨਾ ਤੂੰ ਕਤਲ ਕੀਤਾ ਜਾਏਗਾ, ਨਾ ਤੂੰ ਸਲੀਬ ਦਿੱਤਾ ਜਾਏਗਾ। ਉਹ ਆਂਦੇ ਨੇ ਅਸਾਂ ਸੁਪਰਡੈਂਟ ਜੇਲ੍ਹ ਨੂੰ ਪੁੱਛਿਆ ਕਿ ਤੁਸੀਂ ਕਾਜ਼ੀ ਸਾਹਿਬ ਨੂੰ ਜਿਸ ਵੇਲੇ ਸਜ਼ਾ ਮੌਤ ਦਿੱਤੀ ਹੈ ਤੇ ਉਸ ਵੇਲੇ ਕਾਜ਼ੀ ਸਾਹਿਬ ਦੀ ਕੈਫੀਅਤ ਕੀ ਸੀ? ਆਂਦੇ ਨੇ ਸਾਨੂੰ ਸੁਪਰਡੈਂਟ ਜੇਲ੍ਹ ਨੇ ਦੱਸਿਆ ਕਿ ਜਿਸ ਵੇਲੇ ਅਸੀਂ ਕਾਜ਼ੀ ਮੁਹੰਮਦ ਅਲੀ ਨੂੰ ਫਾਂਸੀ ਦੇ ਤਖਤੇ ਤੇ ਲਿਜਾ ਕੇ ਖੜਾ ਕੀਤਾ ਹੈ ਨਾ, ਤੇ ਉੱਥੇ ਉਹਨੇ ਖਲਿਆਂ ਖਲੋਤਿਆਂ ਉਹਦੇ ਜਿਸਮ ਨੇ, ਜਿਸ ਤਰ੍ਹਾਂ ਉਹ ਝੁਰਝਰੀ ਜੀ ਲੈਣਾ ਉਰਦੂ ਚ ਕਹਿੰਦੇ ਨੇ, ਪੰਜਾਬੀ ਚ ਕਹਿੰਦੇ ਨੇ, ਇਹ ਜਿਸਮ ਸਾਰਾ ਕੰਬਿਆ, ਕੰਬਣੀ ਜੀ ਲੱਗੀ, ਜਿਸਮ ਸਾਰੇ ਨੂੰ ਕੰਬਣੀ ਜੀ ਲੱਗੀ ਹੈ। ਉਹਦੇ ਬਾਅਦ ਕਹਿੰਦੇ ਨੇ ਕਿ ਅਸੀਂ ਉਹਦੀ ਇੰਝ ਹੀ ਸਮਝ ਲਓ ਜਿਵੇਂ ਡੈਡ ਬਾਡੀ ਨੂੰ ਫਾਂਸੀ ਦੇ ਰੱਸੇ ਤੇ ਚਾੜਿਆ, ਕਿਉਂਕਿ ਰੱਸਾ ਲਮਕਾਉਣ ਤੋਂ ਬਾਅਦ ਉਹ ਬੰਦਾ ਫਿਰ ਫੜਕਿਆ ਤੜਪਿਆ ਨਹੀਂ। ਉਹਦੇ ਤੋਂ ਸਾਬਤ ਹੋਇਆ ਕਿ ਮੌਤ ਉਹਨਾਂ ਦੀ ਫਾਂਸੀ ਤੋਂ ਪਹਿਲੇ ਹੋ ਗਈ ਸੀ, ਤਖਤੇ ਦੇ ਉੱਤੇ ਖਲੋਤਿਆਂ।
हाँ जी। ਯਾਨੀ ਉਹ ਸੁਣ ਤੇ ਲੋ ਨਾ, ਵਮਾ ਕਤਲੂਹੁ ਵਮਾ ਸਲਬੂਹੁ ਵਾਲਾ ਮੌਜਜ਼ਾ ਰੂਨਮਾ ਹੋ ਗਿਆ, ਉਹਨਾਂ ਨੂੰ ਲਾਮ ਸੱਚਾ ਹੋਇਆ। ਖੁਦਾ ਨੇ ਉਹਨਾਂ ਨੂੰ ਦੱਸਿਆ ਸੀ ਕਿ ਤੁਸੀਂ ਇੱਕ ਤੇ ਫਾਂਸੀ ਨਹੀਂ ਦਿੱਤੇ ਜਾਓਗੇ, हाँ ਕਤਲ ਕੀਤੇ ਜਾਓਗੇ, ਦੂਜਾ ਇਹ ਕਿ ਹਫਤੇ ਵਾਲੇ ਦਿਨ ਹੋਵੇ ਦੀ ਫਾਂਸੀ, ਤੀਜਾ ਇਹ ਕਿ ਮਿਰਜ਼ਾ ਸਾਹਿਬ ਦੀ ਕਬਰ ਦੇ ਚੜ੍ਹਦੇ ਵਾਲੇ ਪਾਸੇ ਕਬਰ ਉਹਨਾਂ ਨੂੰ ਵਹਾਈ ਗਈ। ਇਹ ਸਾਰੀਆਂ ਗੱਲਾਂ ਇੱਕ ਮੌਜਜ਼ਾ ਉਹਦੇ ਤੇ 3 ਮੌਜਜ਼ੇ ਲਿਖੇ ਨੇ ਕਾਜ਼ੀ ਮੁਹੰਮਦ ਅਲੀ ਦੇ। नहीं वो तो ਨਹੀਂ ਇਹ ਮੌਜਦਾ ਨਹੀਂ ਹੈ। ਆਮਿਰ ਨਦੀਰ ਭਾਈ ਕੀ ਕਰਦੇ ਉੱਥੇ? ਮੌਜਦਾ ਹੈ ਜੇ ਕਿਹੜਾ? बादशाह ने सुनकर कहा अच्छा इसकी आजमाइश कर लो। चुनाचे शहजादी को कहा कि इस मुर्दा को बोसा दो। इसके बोसा देने की देर थी कि वो शख्स उठ बैठा। मोइजा इनू कहंदे जे ਹਾਂ ਲਓ ਜੀ। इतनी बुरी है कि बंदा पप्पी दे के मुर्दे जिंदा करो, चुमिया दे के। ਫਰਕ ਉਹ ਤੇ ਚਲੋ ਬਹੁਤ ਵੱਡੇ ਵੱਡੇ ਤੁਸੀਂ ਮੁਫਤੀ ਐਸੇ ਕੰਮ ਦੇ ਹੁਣ ਅਸੀਂ ਤੁਹਾਡਾ ਨਾਰਮਲ ਜਿਹਾ ਮੌਜਜ਼ਾ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ। ਤਾਰਕ ਸਾਹਿਬ ਇਹਨੂੰ ਮੌਜਜ਼ਾ ਮੰਨਦੇ नहीं इनू मोइजा नहीं जे मनदे। ਉਹ ਸ਼ਹਜ਼ਾਦੀ ਮੁਰਦੇ ਨੂੰ ਚੁੰਮੀ ਦਿੰਦੀ ਹੈ ਪਈ ਤੇ ਮੁਰਦਾ ਦਿੰਦਾ ਹੁੰਦਾ ਹੈ ਪਿਆ, ਤੇ ਇਹ ਮੋਇਦਾ ਨਹੀਂ। ਪਤਾ ਨਹੀਂ ਕਿੱਥੋਂ ਇਹ ਕਿੱਥੇ ਲਾਈ ਜਾਂਦੇ। ਨਹੀਂ ਕਿੱਥੋਂ ਦੀ ਕਿੱਥੇ ਦੀ ਹੈ? परसों लेक्चर यहाँ दे कहो कि भैया मोइदा नहीं है। लेक्चर बम्बास्टर ने लेक्चर दिता ਸੀ, ਇੱਕ ਤੇ ਦੌੜ ਕਿਉਂ ਗਿਆ ਉਹ? ਇਹ ਤੇ ਹਦੀਸ ਦੀ ਕਿਤਾਬ ਚ ਲਿਖੀ ਹੈ ਇਹ ਮੋਇਦਾ। ਹਦੀਸਾਂ ਦੀ ਕਿਤਾਬਾਂ ਨਹੀਂ ਮੰਨਦੇ ਤੁਸੀਂ? ਹਦੀਸਾਂ ਪਰ ਜਾ ਕੇ ਉਹਦੇ ਕੋਲ ਪੁੱਛਾਂਗੇ ਜਿਹੜਾ ਮਾਹਿਰ ਹਦੀਸ ਹੈ ਉਹ ਫਿਰ ਤੈਨੂੰ ਸਹੀ ਤਰ੍ਹਾਂ ਹਦੀਸਾਂ ਪੜਾਉਂਦਾ, ਪੜ੍ਹਨ ਹੀ ਨਹੀਂ ਜਾਣਾ ਮੁਫਤੀ। ਉਹ ਤੇ ਮਾਹਿਰ ਹਦੀਸ ਨੂੰ ਪੁੱਛਣੇ ਆ ਨਾ, ਫੇ ਤੁਸੀਂ ਮਾਹਿਰ ਹਦੀਸ ਉਹ ਨਹੀਂ। ਸਵੇਰੇ ਉਹਨੇ 3 ਘੰਟੇ ਬਰਾੜ ਲਾਈ ਰੱਖੀ, ਆਣਾ ਸੀ ਨਾ ਉੱਥੇ ਉਹਦੇ ਕੋਲ। ਕਿੰਨੇ ਹੈ ਇੱਕ ਹਦੀਸਾਂ ਦਾ ਬੜਾ ਮਾਹਿਰ ਹੈ, ਤੁਸੀਂ ਉਹਦੇ ਕੋਲ ਜਾਂਦੇ ਹੀ ਨਹੀਂ ਹਦੀਸਾਂ ਪੜਨ। ਕੌਣ ਅਸਫਵਾਨ ਉਹਨੇ ਲਈ ਨਹੀਂ ਆਣਾ ਸੀ। ਤੁਹਾਡਾ ਜਮਾਤ ਕੌਣ? ਤੁਹਾਡੀ ਜਮਾਤ ਨੂੰ ਅਸਫਵਾਨ ਪਤਾ ਨਹੀਂ ਕੌਣ। ਸੀਰਤੁਲ ਮਹਿਦੀ ਤੇ ਸਫਾ 811। ਸੀਰਤੁਲ ਮਹਿਦੀ ਤੁਹਾਡੀ ਹਦੀਸਾਂ ਦੀ ਕਿਤਾਬ ਹੈ ਨਾ? ਨਹੀਂ ਸਾਡਾ ਓਏ ਹਦੀਸ ਨੰਬਰ 949 ਇਹ ਮੋਇਦਾ ਉੱਥੇ ਲਿਖਿਆ ਜੇ। ਮਲਾਫ ਕੀ ਕਰਦਾ ਪਿਆ। ਤੇ ਜਿਹਦੀ ਹਦੀਸਾਂ ਦੀ ਕਿਤਾਬ ਹੈ ਤੇ ਪੁੱਛਣਾ ਤੇ ਅਸੀਂ ਉਹਨੂੰ ਹੀ ਹੈ ਨਾ। ਹਦੀਸ ਤੁਹਾਡੀ ਇਹ ਸਮਝਾਣੀ ਤੁਸੀਂ ਹੀ ਹੈ ਨਾ। ਇਹ ਮੋਇਜ਼ੇ ਨੂੰ ਨਹੀਂ ਜੇ ਮੰਨਦੇ। ਪਹਿਲੀਆਂ ਹਦੀਸਾਂ ਪੜ੍ਹ ਲਈ ਹੈ ਨਾ ਤੇ ਫਿਰ ਬਾਅਦ ਵਾਲੀਆਂ ਪੜਾਂਗੇ। ਉਹ ਭਾਈ ਹਜ਼ਰਤ ਈਸਾ ਅਲੈਹਿਸਲਾਮ ਦੇ ਜ਼ਿੰਦਾ ਹੋਣ ਦੇ ਉੱਤੇ ਤੁਹਾਨੂੰ ਸ਼ੱਕ ਤੇ ਸ਼ੁਬਾ ਹੈ। ਇੱਧਰ ਪੱਪੀਆਂ ਤੇ ਜੱਫੀਆਂ ਪਾ ਕੇ ਕੁੜੀਆਂ ਮੁਰਦਿਆਂ ਨੂੰ ਜ਼ਿੰਦਾ ਕਰਦੀਆਂ ਨੇ ਪਈਆਂ, ਉਹ ਤੁਹਾਨੂੰ ਕਬੂਲ ਹੈ? ਉਹ ਕਬੂਲ ਹੈ ਤੁਹਾਨੂੰ? ਤੇ ਹਜ਼ਰਤ ਈਸਾ ਅਲੈਹਿਸਲਾਮ ਜਿਨ੍ਹਾਂ ਦਾ ਜ਼ਿਕਰ ਖੁਦ ਕੁਰਾਨ ਦੇ ਵਿੱਚ ਮੌਜੂਦ ਹੈ। ਵਜ਼ੀਰ ਸਾਹਿਬ ਤੁਹਾਡਾ ਇੱਕ ਹਵਾਰੀ ਰਹਿ ਗਿਆ ਤੇ ਬੁਲਾ ਲਓ ਉਹਨੂੰ। ਤਾਰਕ ਸਾਹਿਬ ਕੀ ਹੋਇਆ ਤੁਹਾਡੇ ਨਾਲ? ਕੋਈ ਜ਼ਿਆਦਤੀ ਹੋਈ ਤਾਂ ਮੈਨੂੰ ਦੱਸੋ। ਨਹੀਂ ਜ਼ਿਆਦਤੀ ਨਹੀਂ, ਮੈਂ ਕਿਹਾ ਉਹ ਤੁਹਾਡਾ ਇੱਕ ਹਵਾਰੀ ਰਹਿ ਗਿਆ ਤੇ ਉਹਨੂੰ ਵੀ ਬੁਲਾ ਲਓ ਤਾਂ ਕਿ ਪਤਾ ਲੱਗੇ ਵੀ ਕਮਕ ਪਹੁੰਚ। ਪਹਿਲੀ ਤਾਂ ਗੱਲ ਇਹ ਕਿ ਲਫ਼ਜ਼ ਮਾੜੇ ਨਾ ਬੋਲੋ, ਆਵਾਰੀ ਵੂਰੀ ਆਖੋਗੇ ਤੇ ਫਿਰ ਅੱਗੋਂ ਤੁਹਾਨੂੰ ਵੀ ਰਿਸਪੌਂਡ ਨਹੀਂ ਤੁਹਾਡਾ ਚਲੋ ਸਾਥੀ ਕਹਿ ਲੈਣੇ ਆ। ਤੁਹਾਡਾ ਉਹ ਜ਼ਿਆਦਤੀ ਤੁਹਾਡੇ ਨਾਲ ਕਿਸੇ ਕੀਤੀ ਤੇ ਮੈਨੂੰ ਦੱਸੋ, ਇਹ ਤਾਂ ਮੈਂ ਇੱਥੇ ਮੌਜੂਦ ਹਾਂ। ਨਹੀਂ ਤੁਸੀਂ ਜਿਹੜੀ ਗੱਲ ਕਰਦੇ ਪਏ ਉਹ ਜਿਹੜੇ ਕਿਸੇ ਹੋਰ ਪਾਸੇ ਟੁਰ ਪਏ ਨੇ। ਮੈਂ ਹੋਰ ਪਾਸੇ ਨਹੀਂ, ਚਲੋ ਮੋਇਜ਼ਾ ਤੁਹਾਨੂੰ ਮੈਂ ਸੁਣਾਣਾ ਵਾ। ਨਹੀਂ ਮੈਂ ਤੁਹਾਡੇ ਕੋਲ ਸੁਣਨਾ ਨਹੀਂ ਚਾਹਤਾ। ਤੁਹਾਡੇ ਦੀ ਗੱਲ ਹੋਈ ਹੈ ਨਾ, ਮੋਇਜ਼ਾ ਸੁਣ ਲਓ। ਮੋਇਜ਼ਾ ਕੀ ਹੋ ਗਿਆ? ਤੁਹਾਡੇ ਕੋਲ ਮੈਂ ਸੁਣਨਾ ਨਹੀਂ ਨਾ ਚਾਹੁੰਦਾ। ਨਾ ਸੁਣੋ, ਚਲੋ ਕੰਨ ਬੰਦ ਕਰ ਲਓ, ਫਿਰ ਮੈਂ ਦੂਜਿਆਂ ਨੂੰ ਸੁਣਾ ਦੇਣਾ। ਸਵੇਰ ਤੇ ਤੁਸੀਂ ਲੱਗੇ जी मोइजा सुनो जी। करशी ने खुद अपनी अड्डी में सुराख करके और फिर इस राह से मुद्दत तक बराज यानी पखाना आते रहना तहरीर किया है। और करशी दी अड्डी दे विचों टट्टी आनी शुरू हो गई। इनू कहंदे जे मोइजा। ए जे मोइजा इनू कहंदे जे अल्लाह ने सराह गलतियां कभी लाता। इनू कहंदे जे मोइजा रूहानी खजान जिल्द 2 ਤੇ ਸਫਾ 99 ਚਸ਼ਮੇ ਆ ਗਿਆ। ਇਹਨੂੰ ਕਹਿੰਦੇ ਨੇ ਮੋਇਜ਼ਾ। ਦੇਖ ਅਮਰਜੀਤ ਜੋ ਸਿਆਕੋ ਸਬਾਗ ਤੋਂ ਉਠਾ ਇੱਕ ਹੋਰ ਮੋਇਜ਼ਾ ਸੁਣੋ ਮੇਰੀ ਗੱਲ ਸੁਣੋ। ਮੋਇਜ਼ਾ ਇੱਕ ਹੋਰ ਮੋਇਜ਼ਾ ਆਣ ਲੱਗਾ ਜੇ। ਮੇਰੀ ਗੱਲ ਸੁਣੋ ਰਾਣਾ ਸਾਹਿਬ, 2 ਸਫੇ ਅੱਗੋਂ 2 ਪਿੱਛੋਂ ਪੜ੍ਹ ਦੇਣੇ ਆਂਦੇ ਉੱਤੇ, ਲੇਕਿਨ ਇਹ ਜਿਹੜੇ ਮੌਜਜ਼ੇ ਤੁਹਾਡੀਆਂ ਕਿਤਾਬਾਂ 'ਚ ਲਿਖੇ ਨੇ ਤੁਸੀਂ ਇਹਨਾਂ ਨਹੀਂ ਮੰਨਦੇ। ਮੈਂ ਤੇ ਕਿਸੇ ਮੈਂ ਤੇ ਕੁਰਾਨ ਦੇ ਮੌਜਜ਼ਾਂ ਨੂੰ ਨਹੀਂ ਮੰਨਦਾ। ਤੁਸੀਂ ਇਹ ਮੌਜਜ਼ੇ ਕਹਿਣ ਦੇ ਤੁਸੀਂ ਤੇ ਛੱਡ ਗਏ ਨਾ। ਮੈਂ ਨਹੀਂ ਮੰਨਦਾ। ਮੈਂ ਨਹੀਂ ਮੰਨਦਾ।
ਓਏ ਆਹੋ ਤੁਸੀਂ ਤੇ ਜਮਾਤ ਨੂੰ ਇਹ ਤੇ ਮੁੱਲੇ ਹੋ ਗਿਆ ਨਾ, ਕਾਦੀਆਨੀਅਤ कोई ਤੋਂ ਮੁੱਲਦ ਹੋ नहीं ਗਿਆ। नहीं मुफ्ती तू तू राहत- उंगली ना दो राहत मुल्ला हो गई है। तू उंगली ना दो टुकड़े कर ਰਾਣਾ ਸਾਹਿਬ दिखा करके ਮੇਰੀ ਗੱਲ ਉਹਦੇ ਲਈ ਫਿਰਦੇ ਨੇ। ਤੁਹਾਡੀ ਨਜ਼ਰ 'ਚ ਤੇ ਦੁਨੀਆ ਤੇ ਕੋਈ ਵਸਨਾ ਰੱਬ ਘੋੜੇ ਤੇ ਬਹਿ ਕੇ ਤੂੰ ਸਵਾਰੀ ਜਾ, ਘੋੜੇ ਤੇ ਬਹਿ ਕੇ ਸਮਾ ਬਰਾਕ ਤੇ ਰਾਣਾ ਅੱਛਾ ਭਾਈ ਮੋਇਜ਼ਾ ਸੁਣੋ ਜੀ, ਮੋਇਜ਼ਾ ਸੁਣੋ ਜੀ। ਮਿਊਟ ਲਾ ਰਾਏ ਸਾਹਿਬ ਤੁਸੀਂ ਤੇ ਕਾਦੀਆਨੀਆਂ ਛੱਡ ਦਿੱਤੀ ਏ ਤੇ ਮਿਰਜ਼ੇ ਕਾਦੀਆਨੀ ਤੇ ਲਾਨਤ ਪਾ ਛੱਡੀ ਏ, ਤੇ ਚਲੋ ਮੈਂ ਓਏ ਲਾਂਤਾ ਲੋਟ ਮੈਂ ਕੇ ਮੋਇਜ਼ਾ ਇੱਕ ਸੁਣਾਉਣ ਲੱਗਾ ਵਾਂ ਮਿਰਜ਼ਾ ਜੀ ਦਾ। ਤੇਰੀ ਲਾਨਤ ਵਾਲੀ ਹੈ। ਮਿਰਜ਼ਾ ਜੀ ਦਾ ਮੋਇਜ਼ਾ ਜਿਸਲੇ ਸੁਣੋ ਜੀ। ਤੂੰ ਸਾਹਮਣੇ ਆ ਗਿਆ, ਲਾਨਤ ਦੀ ਕਿਹੜੀ ਜ਼ਰੂਰਤ ਪੈਣੀ ਉਹ ਉੱਤੇ? ਚਲੋ ਮਿਰਜ਼ਾ ਜੀ ਦਾ ਮੋਇਜ਼ਾ ਤੇ ਸੁਣ ਲਓ ਕੀ ਹੋ ਗਿਆ ਜੀ। ਬਦਬਖਤ ਹੈਗਾ ਤੂੰ ਪਰਲੇ ਉਹ ਦਰਜੇ। ਮੋਇਜ਼ਾ ਤੇ ਮਿਰਜ਼ਾ ਜੀ ਦਾ ਸੁਣ ਲਓ ਮੋਇਜ਼ੇ ਕੀ ਹੋ ਸਾਰਿਆਂ ਗਿਆ ਦੇ ਇਦਾਂ ਦੇ ਹੀ ਨੇ, ਮੋਇਜ਼ੇ ਜਿਹੜੇ ਉਸ ਹਦੀਸਾਂ ਚ ਆਏ ਨਾ, ਮੋਇਜ਼ੇ ਇਸੇ ਤਰ੍ਹਾਂ ਦੇ। जी। सुनो मोइजा, तहकीक की रूह से बाज इस किस्म की भी औरतें होती हैं कि कुव्वत रजूलियत और उनसियत दोनों उनमें जमा होती हैं, और किसी तहरीक से जब उनकी मनी जोश मारे तो हमल हो सकता है। ਇਹ ਹਮਲ ਉਹੀ ਹੈ ਜਿਹੜਾ ਮਿਰਜ਼ਾ ਜੀ ਨੂੰ ਵੀ ਹੋਇਆ ਸੀ 10 ਮਹੀਨੇ ਦਾ ਹਮਲ। ਇਹ ਮਿਰਜ਼ਾ ਜੀ ਉਹਦੀ ਵਜ਼ਾਹਤ ਕਰ ਰਹੇ ਜੇ ਕਿ ਜਿਵੇਂ ਮੈਨੂੰ ਹੋਇਆ ਨਾ 10 ਮਹੀਨੇ ਦਾ ਹਮਲ, ਇੰਜ ਔਰਤਾਂ ਦੇ ਕੋਲ ਭਾਵੇਂ ਮਰਦ ਨਾ ਜਾਏ ਤੇ ਬਗੈਰ ਮਰਦ ਦੇ ਮਿਲੇ ਉਹਨੂੰ ਹਮਲ ਠਹਿਰ ਸਕਦਾ। ਇਹਨੂੰ ਕਹਿੰਦੇ ਜੇ ਮੋਇਜ਼ਾ। ਹਾਂਜੀ ਹੋਰ ਆਨ ਮੋਇਜ਼ੇ। ਉਹ ਲੈ ਮੋਇਜ਼ੇ ਸੁਣਿਆ ਬਗੈਰ ਹੀ ਟੁਰ ਗਏ ਹੋ। मंदन अपने मौजा नु हेलो मोइजा सुनो मोइजा। इसके बाद 3 मोतबर और सिक्का और मुअज़्ज़ज़ आदमी ने मेरे पास बयान किया कि हमने बचश्मे खुद चंद मर्दों को औरतों की तरह दूध देते देखा है, बल्कि एक ने इनमें से कहा कि अमीर अली नाम एक सैयद का लड़का हमारे गांव में अपने बाप के दूध ही से परवश पाया था क्योंकि इसकी मां मर गई थी। ਉਹ ਇਹਨੂੰ ਕਹਿੰਦੇ ਜੇ ਮੌਇਜ਼ਾ ਕਿ ਕਾਦੀਆਨ ਦੇ ਮਰਦ ਕਾਦੀਆਨੀਆਂ ਨੂੰ ਵੀ ਦੁੱਧ ਆ ਰਿਹਾ ਹੈ। ਉਹ ਉਹਨਾਂ ਦੀਆਂ ਮਾਵਾਂ ਉਹਨਾਂ ਨੂੰ ਦੁੱਧ ਨਹੀਂ ਪਿਆਉਂਦੀਆਂ ਪਈਆਂ, ਬਲਕਿ ਕਾਦੀਆਨ ਦੇ ਮਰਦ ਆਪਣੇ ਬੱਚਿਆਂ ਨੂੰ ਦੁੱਧ ਪਿਆ ਰਹੇ ਨੇ। ਇਹਨੂੰ ਕਹਿੰਦੇ ਜੇ ਮੌਇਜ਼ਾ। ਨਹੀਂ ਜੇ ਯਕੀਨ ਆਂਦਾ ਤੇ ਇਹ ਕਾਦੀਆਨੀ ਮੁਰੱਬੀ ਰਾਣਾ ਮੁਬਸ਼ਰ ਦੀ ਜ਼ੁਬਾਨ ਤੋਂ ਸੁਣ ਲਓ। ਇਹ ਲੋ ਚਲੋ ਭਾਈ ਆਡੀਓ ਚਲਾਓ ਭਾਈ। ਨਲਾਇਕ ਆਦਮੀ ਜਿਹੜਾ ਮਰ ਰਿਹਾ ਕਿਉਂ ਨਹੀਂ ਦੁੱਧ ਦੇ ਸਕਦਾ? ਇਹਦੇ ਤੇ ਮੇਰਾ ਕਜ਼ਨ ਮਿਸਾਲ ਹੈ। ਅਸੀਂ ਆਪਣੇ ਕਜ਼ਨ ਦਾ ਆਪ ਦੁੱਧ ਚੋਇਆ ਕਰਦੇ ਸਾਂ। ਅੱਜ ਕੱਲ FIA ਪੁਲਿਸ ਵਿੱਚ ਲਾਹੌਰ ਚ ਲੱਗਾ ਹੈ ਤੇ ਇਹ ਤੇ ਤਾਕਤ ਦੀ ਵਜ੍ਹਾ ਤੋਂ ਜਿਹੜੇ ਦੇਸੀ ਖੁਰਾਕਾਂ ਖਾਦੀਆਂ ਹੋਣ ਨਾ ਤੇ ਉਹਦੇ ਨਾਲ ਹੋ ਵੀ ਸਕਦਾ ਹੈ। ਕੋਈ ਅਨਹੋਣੀ ਗੱਲ ਤੇ ਨਹੀਂ ਉਹਨਾਂ ਨੇ ਕਹੀ। ਬੱਕਰਾ ਵੀ ਦੁੱਧ ਦੇ ਸਕਦਾ ਤੇ ਇਨਸਾਨ ਵੀ ਦੇ ਸਕਦਾ, ਮਰਦ ਵੀ ਦੇ ਸਕਦਾ ਹੈ। ਅਸੀਂ ਉਹਦੀ ਛਾਤੀਆਂ ਜੋ ਪਤਾ ਨਹੀਂ ਕਿੰਨੀ ਵਾਰੀ ਚੋਇਆ ਹੈ ਤੇ ਸਾਰਿਆਂ ਨੂੰ ਵਿਖਾਇਆ ਹੈ। ਸਾਡੇ ਲਈ ਤੇ ਮਜ਼ਾਕ ਦੀ ਗੱਲ ਬਣੀ ਹੋਈ ਸੀ, ਲੇਕਿਨ ਇਹ ਹਕੀਕਤ ਹੈ ਤੇ ਮੈਂ ਸੱਚ ਦੱਸਣ ਡਿਆ ਵਾਂ। ਇਹਦੇ ਵਿੱਚ ਕੋਈ ਇੱਕ ਜ਼ਰਾ ਵੀ ਝੂਠ ਦਾ ਨਹੀਂ। ਮੈਂ ਦੱਸ ਵੀ ਦਿੱਤਾ ਕਿ ਲਾਹੌਰ ਮੇਰਾ ਕਦਮ FIA ਦੇ ਵਿੱਚ ਰਾਣਾ ਖਾਲਦ ਮਹਿਮੂਦ ਅਹਿਮਦ ਜੰਗੀਆ ਦਾ ਨਾਂ ਹੈ ਤੇ ਅਸੀਂ ਉਹਦੇ ਮੈਟਰ ਤੋਂ ਪਹਿਲੇ ਦੀ ਜਿਹੜੀ ਉਹਦੀ ਹੈ ਨਾ ਜ਼ਿੰਦਗੀ, ਉਦੋਂ ਵਾਵਾ ਗੌਰਮੈਂਟ ਅਸੀਂ ਆਪਣੇ ਘਰ ਦੀ ਖਾਣਾ ਪੀਣਾ ਮੱਖਣ ਦੁੱਧ ਲੱਸੀ ਹਰ ਚੀਜ਼ ਆਪਣੀ ਸੀ ਤੇ ਉਹਦੀ ਵਜ੍ਹਾ ਤੋਂ ਜਿਹੜੇ ਤਾਕਤ ਨਾਲ ਰਮਾਦਾ ਨਾਲ ਪੱਲੇ ਹੁੰਦੇ ਨੇ ਨਾ, ਮਰਦ ਦੀ ਛਾਤੀ ਦੁੱਧ ਦੇ ਸਕਦੀ ਹੈ, ਕੋਈ ਐਸੀ ਗੱਲ ਨਹੀਂ। ਮਰਦ ਦਾ ਆਪਰੇਸ਼ਨ ਕਰਕੇ ਜੇ ਜ਼ਨਾਨੀ ਬਣਾਈ ਜਾਂਦੀ ਹੈ ਤੇ ਦੁੱਧ ਕਿਉਂ ਨਹੀਂ ਆ ਸਕਦਾ? ਦੁੱਧ ਲਈ ਤੇ ਅੱਲਾਹ ਤਾਲਾ ਨੇ ਔਰਤ ਦੀ ਤਰ੍ਹਾਂ ਮਰਦ ਦੀਆਂ ਵੀ ਛਾਤੀਆਂ ਰੱਖੀਆਂ ਨੇ ਨਾ। ਦੂਜੀ ਚੀਜ਼ ਤੇ ਜਿੱਥੇ ਬੱਚਾ ਪੈਦਾ ਕਰਨਾ ਉਹ ਤੇ ਅੱਲਾਹ ਨੇ ਦਿੱਤੀ ਨਹੀਂ ਨਾ। ਰੂਹਾਨੀ ਬੱਚਾ ਹੀ ਪੈਦਾ ਹੁੰਦਾ ਆਪਣੇ ਵਜੂਦ ਵਿੱਚੋਂ, ਆਪਣਾ ਹੀ ਵਜੂਦ ਤਰੱਕੀ ਕਰਕੇ ਅੱਗ ਨੂੰ ਛੱਡ ਕੇ ਤੇ ਜੰਨਤ ਵੱਲ ਜਾਂਦਾ ਹੈ। ਜਾਨਵਰਾਂ ਦੀ ਜ਼ਿੰਦਗੀ ਨੂੰ ਛੱਡ ਕੇ ਤੇ ਇਲਮ ਔਰ ਅਕਲ ਵਾਲੇ ਲੋਕਾਂ ਨਾਲ ਜਾ ਕੇ ਬਹਿੰਦਾ ਹੈ, ਬਸੀਰਤ ਔਰ ਨੂਰ ਵਾਲਿਆਂ ਨਾਲ ਜਾ ਕੇ ਬਹਿੰਦਾ ਹੈ। ਇਹ ਅੰਦਰ ਇੱਕ ਤਬਦੀਲੀ ਹੁੰਦੀ ਹੈ ਕਿ ਇਨਸਾਨ ਮਰਦ ਦੇ ਅੰਦਰ ਹੀ ਜਿਹੜਾ ਬੱਚਾ ਹੁੰਦਾ ਨਾ, ਤਬਦੀਲੀ ਆ ਉਹੀ ਪੈਦਾਇਸ਼ ਹੈ ਇਨਸਾਨ ਦੀ। ਅਸਲ ਪੈਦਾਇਸ਼ ਹੈ ਹੀ ਉਹੀ ਹੈ ਜਿਹੜਾ ਆਪਣੇ ਆਪ ਨੂੰ ਬਦਲ ਲੈ, ਤਬਦੀਲ ਕਰ ਲੈ ਖੁਦਾ ਦੀ ਰਜ਼ਾ ਦੀ ਖਾਤਰ, ਨਬੀ ਪਾਕ ਸੱਲੱਲਾਹੁ अलैहि वसल्लम ਦੀ रज़ा और तालीम की खातर। अगर अपने अंदर तब्दीली नहीं करनी तो फिर खब्बे पासे जान तो मैं तो नहीं रोक सकता, फिर तो मुकद्दर ने लैके जाना ही जाना है, खब्बे ही डगना दे।
ਰਾਣਾ ਮੁਬਸ਼ਰ ਸਾਹਿਬ ਦੀ ਦੂਸਰੀ ਆਡੀਓ ਵੀ ਚਲਾਓ ਭਾਈ, ਦੂਜੀ ਵੀ। ਮੇਰਾ ਪੁੱਤਰ ਹੱਥ ਦੇ ਨਾਲ ਦਬਾ ਕੇ ਚੋਇਆ ਸੀ, ਮੂੰਹ ਚੋਂ ਨਹੀਂ ਸੀ ਪਾਇਆ, ਸਿਰਫ ਹੱਥ ਉੱਤੇ ਤੱਲੀ ਤੇ ਪਾ ਕੇ ਇਹਨਾਂ ਦੇ ਹੱਥਾਂ ਦੇ ਮਲ ਲੈਂਦੇ ਸਾਂ। ਬਈ ਵੇਖੋ ਖੁਦਾ ਦਾ ਕ੍ਰਿਸ਼ਮਾ, ਨਵਾਂ ਮੌਜਾ ਜਾਰੀ ਹੋ ਗਿਆ ਜੇ, ਨਵਾਂ ਜਿਹੜਾ ਦੁੱਧ ਦੀ ਮੌਜ ਜਾਰੀ ਹੋ ਗਈ ਹੈ ਸਾਡੇ ਲਈ ਤੇ ਪੂਰੇ ਖਾਨਦਾਨ ਨੂੰ ਪਤਾ, ਨਾਨਕਾਂ ਨੂੰ ਪਤਾ, ਦਾਦਕਿਆਂ ਨੂੰ ਪਤਾ। ਇਹ ਚੀਜ਼ ਹੋਏ ਜਿਹੜੀ ਮੈਂ ਖੁਦ ਐਨੀ ਸ਼ਾਇਦ ਨਾ ਦਾ ਗਵਾਹ ਵਾਂ। ਇਹਨੂੰ ਕਹਿੰਦੇ ਜੇ ਮੌਜਜ਼ਾ, ਪਤਾ ਨਹੀਂ ਕਿੱਥੇ ਮੌਜਜ਼ੇ ਲੱਭਦੇ ਹੋ ਪਏ। ਉਹ ਤੇ ਰਾਣਾ ਮੁਬਸ਼ਰ ਤੇ ਹੱਥ ਨਾਲ ਚੋਂਦਾ ਹੈ ਪਿਆ ਦੁੱਧ ਕਾਦੀਆਨੀ ਮੁਰੱਬੀ ਦਾ ਹੈ। ਤੇ ਜਿਹੜੇ ਅੱਲਾ ਦੇ ਨਬੀਆਂ ਦੇ, ਸੱਚੇ ਨਬੀਆਂ ਦੇ ਜਿਹੜੇ ਮੌਜਜ਼ਾਤ ਨੇ, ਉਹਨਾਂ ਨੂੰ ਕਾਦੀਆਨੀ ਪਤਾ ਨਹੀਂ ਉਹ ਚੋਂਦਾ ਵੈ ਕੀ ਕੋਈ ਹੋਰ ਵੀ ਦੀ ਚੀਜ਼ ਹੋਈ ਆ ਸਕਦੀ ਕਿ ਨਹੀਂ। ਨਹੀਂ ਜੀ, ਉਹ ਦੁੱਧ ਸੀ ਖਾਲਸ ਦੁੱਧ, ਖਾਲਸ ਕਾਦੀਆਨੀ ਮਰਦ ਦਾ ਦੁੱਧ। ਇਹ ਸਾਰੇ ਹੀ ਹੈ ਜਿੰਨੇ ਬੈਠੇ ਜੇ ਆਪਣੇ ਪਿਓ ਦੇ ਦੁੱਧ ਨਾਲ ਹੀ ਤੇ ਭਲੇ ਨੇ। ਇਹ ਮੋਟੇ ਤਾਜ਼ੇ ਹੋਏ ਜੇ, ਇਹ ਪੁੱਛ ਲਓ, ਨਹੀਂ ਤੇ ਯਕੀਨ ਨਹੀਂ ਜੇ ਹੁੰਦਾ ਤੇ ਤਲਤ ਸਾਹਿਬ ਬੈਠੇ ਨੇ, ਪੁੱਛ ਲਓ। ਇਹਨਾਂ ਨੇ ਤੇ ਪੂਰੇ 5 ਸਾਲ ਪੀਤਾ ਹੈ। ਆਹੋ ਨਹੀਂ ਯਾਰ ਮੁਫਤੀ ਸਾਹਿਬ ਕਸਮੇ ਤੁਸੀਂ ਜਿਹੜਾ ਨਾ ਵੱਖੀ ਦੋਰੀ ਕਰ ਦਿੱਤੀ ਆ ਸਾਥ। ਅੱਲਾ ਤੁਹਾਨੂੰ ਜ਼ਿੰਦਗੀ ਸਿਹਤ ਦੇ, ਤੁਸੀਂ ਜਿਹੜਾ ਨਾ ਚੰਗੀ ਕਹਿੰਦੇ ਚੰਗੇ ਮੋਟੇ ਤਾਜ਼ੇ, ਵਾਕਈ ਬੜੇ ਮੋਟੇ ਮੋਟੇ ਜੇ ਮਰਜ਼ਈ ਨਾ। ਵੈਸੇ ਤੇ ਮਾਵਾਂ ਹੁੰਦੀਆਂ ਤੇ ਸ਼ਾਇਦ ਇਹਨਾਂ ਨੂੰ 2 ਸਾਲ ਪਿਆਂਦੀਆਂ, ਤੇ ਪਿਓ ਦੀ ਹਿੰਮਤ ਇਹਨਾਂ ਨੂੰ 5-5 ਸਾਲ ਪਿਆ ਦਿੰਦਾ ਤੇ ਛੱਡਣ ਦਾ ਨਾਂ ਹੀ ਨਹੀਂ ਲੈਂਦੇ। ਕਿਹੜਾ ਦੁੱਧ ਜੇ? ਹਾਂਜੀ ਮੇਰੇ ਭਾਈ ਕੁਝ ਕਹਿ ਰਹੇ ਨੇ। अस्सलाम वालेकुम मुफ्ती साहब, मैं काम लग गया सुन के। किहड़ा दूध जी जेड़ा 5 साल दा? नहीं ਉਹ ਕਾਦੀਆਨੀ ਮਰਦਾਂ ਦਾ ਹੁੰਦਾ ਹੈ ਨਾ, ਉਹ ਮੌਜਜ਼ਾ ਹੈ। ਮੌਜਜ਼ਾ ਤੇ ਫਿਰ ਵੇਖੋ ਨਾ, ਯਾਨੀ ਗੱਲ ਇਹ ਟੁਰੀ ਸੀ ਕਿ ਅੱਲਾ ਦੇ ਸੱਚੇ ਨਬੀਆਂ ਦੇ ਮੌਜਜ਼ਾਤ ਨੂੰ ਮਿਰਜ਼ਾ ਕਾਦੀਆਨੀ ਔਰ ਕਾਦੀਆਨੀ ਜਮਾਤ ਨਹੀਂ ਜੇ ਮੰਨਦੀ। ਉਹ ਆਂਦੇ ਨੇ ਕਿ ਨਹੀਂ ਕੋਈ ਨਾ, हजरत ईसा अलैहिस्सलाम मुर्दियां ਨੂੰ ਜ਼ਿੰਦਾ ਕੀਤਾ, ਕਾਦੀਆਨੀਆਂ ਨੇ ਕੋਈ ਨਹੀਂ ਮੰਨਿਆ। ਉਹਨਾਂ ਨੇ ਕੋੜੀਆਂ ਨੂੰ ਸ਼ਿਫਾ ਦਿੱਤੀ, ਕਾਦੀਆਨੀਆਂ ਨੇ ਕੋਈ ਨਹੀਂ ਮੰਨਿਆ। ਨਬੀ ਆਲਮ ਸੱਲੱਲਾਹੁ ਅਲੈਹਿ ਵਸੱਲਮ ਨੇ ਚੰਨ ਦੇ 2 ਟੁਕੜੇ ਕੀਤੇ, ਕਾਦੀਆਨੀਆਂ ਨੇ ਕੋਈ ਨਹੀਂ ਮੰਨਿਆ। ਹਜ਼ੂਰ अलैहिस्सलाम ਮਿਰਾਜ ਦੀ ਰਾਤ ਜ਼ਿੰਦਾ ਆਸਮਾਨ ਤੇ ਤਸ਼ਰੀਫ ਲੈ ਗਏ, ਕਾਦੀਆਨੀਆਂ ਨੇ ਕੋਈ ਨਹੀਂ ਮੰਨਿਆ। ਯਾਨੀ ਅੱਲਾ ਦੇ ਸੱਚੇ ਨਬੀਆਂ ਦੇ ਜਿਹੜੇ ਮੌਜੂਦਾਤ ਨੇ ਉਹਨਾਂ ਨੂੰ ਮੰਨਦੇ ਕੋ ਨਹੀਂ ਜੇ ਪਏ, ਤੇ ਇੱਧਰ ਮੌਜਜ਼ੇ ਤਿਆਰ ਹੋ ਗਏ ਜੇ, ਮਰਦਾਂ ਨੂੰ ਦੁੱਧ ਆ ਰਹੇ ਨੇ। ਮੁਫਤੀ ਸਾਹਿਬ ਮੰਨਦੇ ਨੇ ਜੀ ਜੀ ਚੌਧਰੀ ਸਾਹਿਬ। ਇੱਕ ਕਾਦੀਆਨੀ ਮੁਰੱਬੀ ਹੈ ਲੌਂਡੇਬਾਜ਼, ਉਹ ਖਲੋ ਕੇ ਪਿਆ ਤਕਰੀਰ ਕਰਦਾ। ਹਾਂ, ਉਹ ਆਂਦਾ ਹੈ ਕਿ ਸਾਡਾ ਕਾਫਲਾ, ਯਾਨੀ ਕਿ ਉਹ ਕਾਫਲਾ ਉਹਨੂੰ ਆਂਦੇ ਨੇ ਜਿਹੜੇ ਲੁੱਟੇ ਚੰਦੇ ਨਾਲ ਨਹੀਂ, ਉਹ ਗੱਡੀਆਂ 15-20 ਫਿਰਦੀਆਂ ਯੂਕੇ ਚ। ਕਾਫਲਾ ਨਿਕਲਿਆ, ਉਹ ਵੀਡੀਓ ਦੇ ਵਿੱਚ ਕਾਫਲਾ ਨਿਕਲਿਆ ਤੇ ਗੱਡੀਆਂ 'ਚ ਤੇਲ ਕੋਈ ਨਾ। ਤੇ ਕਾਦੀਆਨੀ ਮਲੰਗ ਮਲੰਗਣੀਆਂ ਪਰੇਸ਼ਾਨ ਕਿ ਹਜ਼ੂਰ ਕਿਤੇ ਵੱਢ ਨਾ ਖਾਏ, ਮਤਲਬ ਗੱਲ ਨਾ ਪੈ ਜੇ। ਲੇਕਿਨ ਹਜ਼ੂਰ ਨੂੰ ਦੱਸਿਆ ਵੀ ਨਾ, ਤੇ ਆਖਰ ਮਜਬੂਰੀ ਦੇ ਤਹਿਤ ਤੇਲ ਸੀ ਸਾਰਾ 5 ਕਿਲੋਮੀਟਰ ਦਾ ਗੱਡੀਆਂ 'ਚ। ਤੇ ਹਜ਼ੂਰ ਨੂੰ ਦੱਸਿਆ ਬੜੀ ਪਰੇਸ਼ਾਨੀ 'ਚ, ਤੇ ਹਜ਼ੂਰ ਚੁੱਪ ਕਰ ਗਿਆ। ਕਾਦੀਆਨੀ ਪੀਰ ਮਿਰਜ਼ਾ ਮਸਰੂਰ ਚੁੱਪ ਕਰ ਗਿਆ। ਫਿਰ 10 ਕਿਲੋਮੀਟਰ ਆਈਆਂ, ਫਿਰ 20 ਕਿਲੋਮੀਟਰ, ਫਿਰ 60 ਕਿਲੋਮੀਟਰ, ਫਿਰ 100 ਗੱਡੀਆਂ ਚਲਦੀਆਂ ਜਾਣ। ਅੱਛਾ ਅੱਛਾ ਅੱਛਾ। ਫਿਰ ਉਹ ਤੇਲ ਪਾਇਆ, ਤੇ ਉਹ ਜਨਾਬ ਹਜ਼ੂਰ ਨੇ ਕਿਹਾ ਕਿ ਮੇਰੇ ਕੋਲ ਰੋਜ਼ ਰੋਜ਼ ਦਵਾ ਨਹੀਂ ਹੁੰਦੀ। ਯਾਰ ਤੂੰ ਇੱਕ ਵਾਰੀ ਦਵਾ ਕਰ ਛੜ, ਤੇਲ ਦੀ ਲੋੜ ਹੀ ਨਾ ਪਵੇ। ਤੇ ਇਹ ਮੌਜਜ਼ਾ ਇਹਨਾਂ ਦਾ ਵੀਡੀਓ ਦੇ ਵਿੱਚ ਮੌਜੂਦ ਹੈ ਜਨਾਬ। ਮੌਜਜ਼ਾ ਇੱਕ ਹੋਰ ਆਇਆ ਜੇ, ਮੌਜਜ਼ਾ ਇੱਕ ਹੋਰ ਆ ਗਿਆ ਜੇ। ਹੈਲੋ ਹਾਂਜੀ ਬਾਬਾ ਜੀ, ਇਹਨਾਂ ਨੇ ਔਰ ਰਬੂਏ ਦੇ ਵਿੱਚ ਜਿਹੜੀਆਂ ਦੁੱਧ ਦੀਆਂ ਦੁਕਾਨਾਂ ਬਣਾਈਆਂ ਨੇ ਨਾ, ਉਹ ਇਹ ਕਾਦੀਆਨੀਆਂ ਦੇ ਦੁੱਧ ਜਨਾ ਚੋ ਚੋ ਕੇ ਉਹ ਵੇਚਦੇ ਜੇ ਪਏ। ਤੇ ਜੇ ਜਲਾਸ਼ ਤੇ ਕਾਲਾ ਤੇ ਕਾਲੂ ਨਾ ਕਰੇ, ਦੁੱਧ ਗਿਆ ਬਾਸੀ ਹੋ ਗਿਆ,
ਉਹ ਸੜ ਗਿਆ, ਉਹ ਖਰਾਬ ਹੋ ਗਿਆ, ਉਹਦਾ ਵੀ ਇਹਨਾਂ ਨੇ ਇੱਕ ਮੌਜਦਾ ਤਿਆਰ ਕੀਤਾ ਹੈ ਪਹਿਲੇ ਤੋਂ ही। फरमाते ने अगर तुम मसलन दूध को जो बासी हो कर सड़ने को है हाथ में लो, ਉਹ ਜਿਹੜਾ ਦੁੱਧ ਚੋਇਆ ਸੀ ਨਾ ਮਰਦਾਂ ਦਾ ਕਾਦੀਆਨੀਆਂ ਨੇ, ਉਹ ਹੋ ਗਿਆ ਬਾਸੀ। ਉਹਨਾਂ ਨੇ ਕਿਹਾ ਨਾ ਹੁਣ ਇੰਜ ਕਰੋ, ਉਹਨੂੰ ਹੱਥ ਚ ਇੰਜ ਕਰਕੇ ਫੜਨਾ है। अगू की करना है जी मिर्जा जी फरमाओ। मिर्जा जी फरमाते हैं और हाथ में लो और खूब उस दूध में नजर लगाए रखो, इंज करके ना उन्होंने ताड़दियां रहना है। अच्छा जी मिर्जा जी फिर की करना है, फिर की होएगा? मिर्जा जी फरमाते हैं तो तुम्हारे देखते ही देखते हजार हा कीड़े बन जाएंगे। हेलो अच्छा ਇਹਨੂੰ ਕਹਿੰਦੇ ਜੇ ਮੌਜਦਾ। ਹੈਲੋ ਇੱਕ ਹੋਰ ਮੌਜਦਾ ਆਇਆ ਜੇ। ਨਹੀਂ ਦੁੱਧ ਦੀ ਬਾਲਟੀ ਹੱਥ 'ਚ ਫੜਨੀ ਹੈ ਕਿ ਦੁੱਧ ਹੱਥ 'ਚ ਫੜਨਾ ਹੈ? अस्सलाम वालेकुम रहमतुल्लाह। है ਹੁਣ ਪੁੱਛਣਾ ਪੈਣਾ ਹੈ, ਇਹ ਪੁੱਛਣਾ ਪੈਣਾ ਹੈ ਕਾਦੀਆਨੀਆਂ ਨੂੰ। एक मौजदा मैं भी सुना दें। हाँ सुनाओ जी सुनाओ। ये वाकया हजरत मुफ्ती सिलसिला की जुबानी सुनते हैं। एक अब्दुल रशीद साहब बटाला वाले बयान करते हैं, मैंने बैत कर ली, मेरे वालिद मुखालिफ थे, उन्होंने मुझे धमकी दी कि मैं तुझे आग करने वाला हूं। वो कादियान गए, हुजूर की खिदमत में अर्ज की कि मेरे वालिद शदीद तक आग करने वाले हैं, इससे मुझे बड़ी परेशानी होगी, विरासत से महरूम कर रहे हैं। हुजूर ने फरमाया अल्लाह फजल फरमाएगा, मैं करने का ਬੰਦਾ ਮਰ ਗਿਆ ਹੈ। सही ਉਹਨਾਂ में एक साहिब मुकर्रम रिसालदार अहमद खान साहिब ने खिलाफत उला के जमाने में बैत की, फौज में मुलाजमत करते थे। डेरा इस्माइल खान के छावनी में उनकी ड्यूटी थी। वो बीमार हो गए, अस्पताल में दाखिल हुए। अगर चावल हो और साथ यखनी हो तो मजा आ जाए। कहते हैं अभी इसी ख्याल में था कि आवाज आई। बर्तन वहीं पे रख दिए। 1 महीना अस्पताल में दाखिल रहे, बर्तन लेने कोई नहीं आया। वो इन बर्तनों को अपने घर ले गए। वफात तक वो बर्तन खुदा की कुदरत की याद ताजा करने के लिए उनके घर में पड़े। गुलाम अहमद की सुन लिया जे इन्हों कहने जे मौज दे ਐਸਾ ਖਾਣਾ ਖਾਂਦਾ ਪੂਰਾ ਮਹੀਨਾ ਮਲੰਗ ਉੱਥੇ ਹਸਪਤਾਲ 'ਚ ਪਿਆ ਰਿਹਾ। यार अल्लाह दी कसम, पता नहीं किथे बह केड़ी लटरीन च बह के मौज दे तैयार करदे ने, सोचदे ने। ओ यार कमाल ही हो गई। ਮੁਫਤੀ ਸਾਹਿਬ ਉਹ ਮਾਲਟੇ ਵਾਲਾ ਵੀ ਮੌਜਦਾ ਦੱਸੋ ਨਾ, ਮਾਲਟੇ ਵਾਲਾ ਇੱਕ ਹੋਰ ਰਿਮੋਟ ਵਾਲਾ ਵੀ ਜਿਹੜਾ ਮੌਜੂਦਾ ਕਾਦੀਆਨੀ ਪੀਰ ਰਿਮੋਟ ਨਾਲ ਗੇਟ ਖੋਲ ਛੜਿਆ। ਅੱਛਾ ਇੱਕ ਅਸੀਂ ਰੋਜ਼ ਰਿਮੋਟ ਨਾਲ ਖੋਲਨੇ ਆ। ਅੱਛਾ ਬਚਪਨ 'ਚ ਅਸੀਂ ਸੁਣਦੇ ਹੁੰਦੇ ਸਾਂ ਕਿ ਉਹ ਬੋਨੇ ਰਹਿੰਦੇ ਨੇ ਇਹ ਜ਼ਮੀਨ ਦੇ ਥੱਲੇ ਨਾ, ਤੇ ਉਹ ਫਲਾਂ ਉਹ ਤੇ ਖੂਹ ਖੋਦਿਆ ਤੇ ਖੂਹ ਖੋਦਦੇ ਸਨ ਪੇ ਤੇ ਉਹ ਨਾ ਥੱਲੋਂ ਬੋਨੇ ਨਿਕਲ ਆਏ। ਉਹ ਅਸਲ 'ਚ ਗੱਪ ਪਤਾ ਹੈ, ਇਹ ਗੱਪ ਕਿੱਥੋਂ ਟੁਰੀ ਜੇ? ਇਹ ਹਜ਼ਰਤ ਮਿਰਜ਼ਾ ਜੀ ਤੋਂ ਟੁਰੀ ਜੇ। ਹਾਂਜੀ ਹਜ਼ਰਤ ਮਿਰਜ਼ਾ ਜੀ ਫਰਮਾਉਂਦੇ ਨੇ, ਸੁਣਿਆ ਜੇ ਜ਼ਰਾ,
लो मसलन जमीन के नीचे का तबका जो 70-80 हाथ तक खोद कर फिर दिखाई देता है उसमें जानदार पाए जाते हैं। देखिए गप्पा असल च उत्थों टुर गया जे मिर्दे का दे वड्डियां वड्डियां गप्पां यकीन मनो। ए लो ए सुनो जरा। हाँ जी फरमांदे ने कि एक ये भी देखा गया है कि जब एक गुलहरी को पत्थर या सोटे से मारा जाए और वो बज़ाहिर बिल्कुल मर जाए मगर अभी ताज़ा हो तो अगर इसके सर को गोबर में दबाया जाए तो चंद मिनट में वो जिंदा होकर भाग जाती है। हेलो वो मर गया है गुलहरी सोटे पहले सोटे मार के उन्होंने मारो फिर गोबर ਦੇ ਵਿੱਚ ਉਹਨੂੰ ਨੱਪੋ ਯਾਰ ਕੀ ਯਾਰ ਕੀ ਹੈ ਸਾਇੰਸ ਇਹ ਤਜਰਬਾ ਕਿੱਥੇ ਕਰਦੇ ਹਨ ਕਿਹੜੀ ਲੈਬਾਰਟਰੀ ਸੀ ਕਾਦੀਆਨੀ ਪੀਰਾਂ ਦੀ ਲੈਟਰੀਨ ਦੇ ਵਿੱਚ ਸਭ ਤੋਂ ਵੱਡੀ ਲੈਬਾਰਟਰੀ ਤੇ ਉਹ ਜਿਹੜੀ ਉਹਨੇ ਸਾਫ਼ ਕਰਾ ਕੇ ਤੇ ਉਹਦੇ ਵਿੱਚ ਹਜ਼ਰਤ ਖਲਵਤ ਨਸ਼ੀਨ ਹੁੰਦੇ ਸਨ ਤੇ ਉੱਥੇ ਹੀ ਬਹਿ ਕੇ ਸਭ ਕੁਝ ਸੋਚਦੇ ਰਹੇ ਨੇ ਇਹ ਉਸੇ ਲੈਟਰੀਨ ਦੀ ਕਰਾਮਤ ਹੈ ਸਾਰੀ ਇਹ ਸਭ ਰੂਹਾਨੀਅਤ ਦੇ ਸਾਰੇ ਚਸ਼ਮੇ ਜਿਹੜੇ ਨਾ ਉਹ ਲੈਟਰੀਨੇ ਖਾਸ ਜਿਹਨੂੰ ਹਜ਼ਰਤ ਜੀ ਨੇ ਸਫਾਈ ਕਰਾ ਕੇ ਤੇ ਉਹਦੇ ਵਿੱਚ 2-3 ਘੰਟੇ ਅੰਦਰੋਂ ਕੁੰਡੀ ਲਾ ਕੇ ਬੈਠੇ ਰਹਿੰਦੇ ਸਨ। अच्छा लो जी और इस मादा के लिए ज़रूरी नहीं कि साग पात की किसी किस्म पर रूह शबनम की तरह गिरे और उससे रूह का नुतफ़ा पैदा हो बल्कि वो मादा गोश्त से भी पैदा हो सकता है ख्वाह वो गोश्त बकरे का हो या मछली का। मुफ्ती साहब अगर तुसी मैनू 2-3 मिनट दिओ ना। जी 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 नहीं तो कहानी पूरी तुसी सुन लो ना सिर फड़ के बह जाना। वो आंदा है जेडे मेंढक ने ना मेंढक पता कितों पैदा हुंदे ने वो आंदा बकरे दा गोश्त एवें किधरे एवें पिया सी तो मेंढक पैदा हो जाता है। देखो मैं साबका कादियानी मलंग हाँ मैं कुछ तुहानू सुनाना जो मैं देखिया। गल यह है कि तुसी किसी कादियानी मलंग नू पुछो कि पीरां नू मनना चाहिए आखेगा कि तो शिरक है पीरां दे हाथ चुमने चाहिए ना 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 ये तो शिरक है। पीरां को मुरादा मंगनियां चाहिए किसी मलंग नू पुछ लो ये शिरक है। अच्छा तुसी कोई जाली पीर वेख लो ਉਹਦੇ ਨਾਲ ਉਸ ਤਰ੍ਹਾਂ ਦੀ ਲੁੱਟੀ ਪੱਗ ਚੰਦੇ ਦੀ ਬੰਨੀ ਹੁੰਦੀ ਹੈ ਸਿਰ ਤੇ 5-6 ਨਾਲ ਉਹਦੇ ਛੜੀਏ ਹੁੰਦੇ ਨੇ ਉਹ ਹੀ ਹੁਲੀਆ ਮਿਰਜ਼ੇ ਮਸਰੂਰ ਦਾ ਨਾਮ ਪੀਰ ਦੀ ਜਗ੍ਹਾ ਹਜ਼ੂਰ ਏ ਬਾਕੀ ਸਾਰੇ ਜਾਲੀ ਪੀਰਾਂ ਵਾਲੇ ਕੰਮ ਨੇ। ਹੱਥ ਚੁੰਮਦੇ ਨੇ ਮਲੰਗ ਮਿਰਜ਼ੇ ਮਸਰੂਰ ਦੇ ਬਿਲਕੁਲ ਚੁੰਮਦੇ ਨੇ ਪੈਸੇ ਉਹਨੂੰ ਦਿੰਦੇ ਨੇ ਬਿਲਕੁਲ ਉਹਦੇ ਹੱਥ 'ਚ ਫੜਾਉਂਦੇ ਨੇ ਉਹਦੇ ਕੋਲ ਮੁਰਾਦਾ ਮੰਗਦੇ ਨੇ। ਬਹੁਤੀਆਂ ਮਲੰਗਣੀਆਂ ਨੂੰ ਪੁੱਛੋ ਆਂਦੀਆਂ ਨੇ ਮੁੰਡੇ ਮਿਰਜ਼ਾ ਤਾਹ ਨੇ ਦਿੱਤੇ ਨੇ। ਇਹ ਸੁੱਥਣ ਸ਼ਾਹ ਦੇ ਜਿਹੜੇ ਮਲੰਗ ਨੇ ਉਹ ਵੀ ਆਂਦੇ ਨੇ ਕਿ ਪੀਰ ਨੇ ਸੁੱਥਣ ਤੇ ਅਸੀਂ ਫੂਕ ਮਾਰੀਏ ਜਨਾਨੀ ਨੂੰ ਮੁੰਡਾ ਹੋ ਗਿਆ। ਇਹਨਾਂ ਨੂੰ ਬੰਦਾ ਪੁੱਛੇ ਕਿ ਹੱਥ ਤੁਸੀਂ ਚੁੰਮਦੇ ਹੋ ਕਾਰਪੇਟ ਤੁਸੀਂ ਵਿਛਾਉਂਦੇ ਹੋ ਮੁਰਾਦਾਂ ਤੁਸੀਂ ਮੰਗਦੇ ਹੋ ਮੋਜ ਦੇ ਪੀਰ ਦੇ ਬਗੈਰ ਤੇਲ ਤੋਂ ਗੱਡੀਆਂ ਤੁਸੀਂ ਚਲਾਉਂਦੇ ਹੋ ਤੇ ਤੁਸੀਂ ਪੀਰ ਨੂੰ ਆਂਦੇ ਹੋ ਮੰਨਣਾ ਸ਼ਿਰਕ ਹੈ। ਤੁਸੀਂ ਕਰਦੇ ਕੀ ਹੋ? ਇਸ ਪਗੜੀ ਵਾਲੇ ਪੀਰ ਚ ਤੇ ਆਮ ਸੁੱਥਣ ਸ਼ਾਹ ਚ ਫਰਕ ਕੀ ਹੈ? ਉਹ ਕੋਈ ਕਾਦੀਆਨੀ ਮਲੰਗ ਰੋਸ਼ਨੀ ਪਾਉਣਾ ਚਾਹੇ ਤੇ ਪਾਏ। ਮੈਂ ਤੇ ਸਾਰਾ ਵੇਖਿਆ ਵੀ ਏ ਕੀਤਾ ਵੀ ਏ ਤੇ ਹੁਣ ਵੀ ਵੇਖਣਾ ਪਿਆ। ਉਹ ਜਿੰਨੇ ਰੋਸ਼ਨੀ ਪਾਣੀ ਸੀ ਤੇ ਉਹ ਚਰਸ ਦਾ ਸੂਟਾ ਲਾ ਕੇ ਤੇ ਬਰਾੜ ਚ ਆ ਕੇ ਸੌਂ ਗਏ। ਰੋਸ਼ਨੀ ਪਾਉਣ ਵਾਲੇ ਮਲਕ ਤੱਲਾ ਸਾਹਿਬ ਤੇ ਸੁੱਤੇ ਪਏ ਨੇ ਤੇ ਤੁਸੀਂ ਕਿੱਥੋਂ ਰੋਸ਼ਨੀ ਪਵਾਣੀ ਹੈ? ਅੱਛਾ ਥੱਲੇ ਇੱਕ ਮਲੰਗ ਪਿਆ ਤੁਹਾਡਾ ਨਾਮ ਲਿਖਦਾ ਲੰਬਾ ਚੌੜਾ ਕਰਕੇ ਮੁਫਤੀ ਮੁਬਸ਼ਰ ਇਹ ਉਹ ਇਹੋ ਹੀ ਕੰਮ ਹੈ ਹੋਰ ਇਹਨਾਂ ਕੋਲ ਕੋਈ ਕੰਮ ਹੀ ਕੋਈ ਨਹੀਂ। ਨਹੀਂ ਮੈਂ ਅਰਜ਼ ਕਰਨਾ ਕਿ ਮੈਂ ਵੀ ਸਾਰੀ ਉਮਰ ਕਾਦੀਆਨੀ ਮਲੰਗ ਰਿਹਾ। ਅਸੀਂ ਆਂਦੇ ਹੁੰਦੇ ਸਾਂ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ अय्यद अल्लाह ताला बनिस्र अजीज खलीफतुल मसीह खामस
ਆ 5 7 15 ਲੈਣਾ ਮਲੰਗੋ ਤੁਸੀਂ ਰੋਜ਼ ਪੜ੍ਹਦੇ ਹੋ, ਕਦੀ ਸ਼ਰਮ ਨਹੀਂ ਆਈ ਤੁਹਾਨੂੰ? ਅਸੀਂ ਅੱਜ ਤੱਕ ਉਹਨੂੰ ਮਿਰਜ਼ੇ ਮਸਰੂਰ ਨਾਂ ਹੀ ਨਹੀਂ ਸੁਣਿਆ। ਕੋਈ 15 ਲਫ਼ਜ਼ ਪਹਿਲੋਂ ਤੇ 15 ਲਫ਼ਜ਼ ਬਾਅਦ ਚ, ਤੇ ਦੂਜਿਆਂ ਨੂੰ ਇਹ ਮਜ਼ਾਕ ਕਰਦੇ ਨੇ। ਆਪਣੀ ਜਹਾਲਤ ਮਿਰਜ਼ੇ ਮਸਰੂਰ ਦੇ ਨਾਮ ਦੇ ਨਾਲ ਜਿਹੜਾ ਯੱਦਾ ਯੱਲਾ ਹੈ, ਇਹਦੀ ਮੈਨੂੰ ਅੱਜ ਤੱਕ ਨਹੀਂ ਸਮਝ ਆਈ ਹੈ। ਯੱਦਾ ਯੱਲਾ ਦਾ ਮਤਲਬ ਕੀ? ਉਹ ਇਸ ਤਰ੍ਹਾਂ ਹੀ ਨਹੀਂ ਤੁਹਾਨੂੰ ਅੱਜ ਤੱਕ ਮੈਨੂੰ ਜੋ ਨਹੀਂ ਸਮਝ ਆਈ, ਜਿਹੜਾ ਆਂਦਾ ਨੇ ਕਿ ਅੰਨੀ ਪਾ ਦੇ ਜਾਂ ਮਸਰੂਰ, ਅੰਨੀ ਪਾ ਦੇ ਜਾਂ ਮਸਰੂਰ, ਮੈਨੂੰ ਉਹਦੀ ਵੀ ਨਹੀਂ ਸਮਝ ਆਈ। ਆਹੋ ਉਹ ਵੀ ਹੈ ਭਾਈ, ਉਹ ਵੀ ਹੈ ਵੇ। ਇਹਨਾਂ ਕੋਲੇ ਮੁਤਫਰਕ ਤੁਹਾਂ ਸੁਣਿਆ ਹੋਣਾ, ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਮੁਤਫਰਕ ਲਹਾ ਮੁਫਤੀ ਸਾਹਿਬ ਯੱਲਾ ਆਖਦੇ ਨੇ, ਯੱਲਾ ਆਖਦੇ ਨੇ। ਤੁਸੀਂ ਵੇਖੋਗੇ ਨਾ ਤੇ ਅਰਬ ਦੇ ਵਿੱਚ ਨਾ ਸਹੀ ਜਿਹਨੂੰ ਬੱਦੂ ਟਾਈਪ ਹੋਏਗਾ ਨਾ, ਜਿਹੜਾ ਅਕਲੋ ਪੈਦਲ ਹੋਏਗਾ, ਉਹਨੂੰ ਯੱਲਾ ਆਖਦੇ ਨੇ। ਉਹ ਯੱਲਾ ਤੇ ਕਹਿੰਦੇ ਨੇ, ਲੇਕਿਨ ਜਦੋਂ ਪਿੱਛੇ ਯੱਦ ਹੋਏ, ਹੱਥ ਹੋਏ, ਜੱਦਾ ਯੱਲਾ, ਉਹ ਤੇ ਕੰਮ ਖਰਾਬ ਹੋ ਗਿਆ ਨਾ। ਉਹਨੂੰ ਪਤਾ ਕੀ ਆਂਦੇ ਜੇ ਪੰਜਾਬੀ ਵਿੱਚ? ਮੁੱਠ ਮਾਰਨਾ। ਤੁਹਾਨੂੰ ਪਤਾ ਨਹੀਂ ਕਿੱਥੇ ਬਹਿ ਕੇ ਸਿੱਖਦੇ। ਆਹੋ ਇਹ ਕਰਾ ਲਓ ਤਰਜਮਾ ਇਹਨਾਂ ਕੋਲ, ਜੱਦਾ ਯੱਲਾ ਦਾ ਮਤਲਬ ਕੀ? ਮੁਫਤੀ ਸਾਹਿਬ ਇੱਕ ਪੇਸ਼ੈਂਟ ਗੋਈ ਕਰ ਦਿਓ ਤੇ ਉਹਨੂੰ ਰਿਕਾਰਡ ਕਰ ਲਈਏ। ਇਹ ਜਦੋਂ ਮਿਰਜ਼ਾ ਮਸਰੂਰ ਮਰੇਗਾ ਤੇ ਇਸ ਤੋਂ ਬਾਅਦ ਜਿਹੜਾ ਨਾ ਖਲੀਫਾ ਨਵਾਂ ਕੌਣ ਹੋਏਗਾ, ਤੁਸੀਂ 2-3 ਨਾਂ ਦੀ ਪੇਸ਼ੈਂਟ ਗੋਈ ਬਣਾ ਦਿਓ ਤੇ ਬਾਅਦ ਚੋਂ ਕਵਾਂਗੇ ਅਸੀਂ ਵੀ ਕਿ ਸਾਨੂੰ ਅੱਲਾ ਨੇ ਬਣਾਇਆ। ਮੈਨੂੰ ਤੇ ਲੱਗਦਾ ਹੈ ਇਹ ਬੜਾ ਤੁਸੀਂ ਜਿਹੜਾ ਨਾ ਔਖਾ ਸਵਾਲ ਕਰ ਛੜਿਆ ਹੈ ਕਿ ਬਾਅਦ ਚੋਂ ਬਣੇਗਾ ਕੀ। ਵੈਸੇ ਮੈਂ ਇਹ ਨਾ ਕੋਈ ਮਜ਼ਾਕ ਨਹੀਂ ਜੇ ਕਰਨ ਲੱਗਾ, ਬਿਲਕੁਲ ਸੰਜੀਦਾ ਗੱਲ ਕਰਨ ਲੱਗਾ। ਮੈਨੂੰ ਜੋ ਨਜ਼ਰ ਆ ਰਿਹਾ ਹੈ ਨਾ, ਮੇਰਾ ਐਕਸਪੀਰੀਅੰਸ ਕਹਿੰਦਾ ਹੈ ਕਿ ਮਿਰਜ਼ੇ ਮਸਰੂਰ ਦੇ ਮਰਨ ਤੋਂ ਬਾਅਦ ਇਹਨਾਂ ਦੇ ਮਜ਼ੀਦ ਹੋਰ ਫਿਰਕੇ ਬਣਨੇ ਜੇ। ਇਹ ਉਹ ਨਾ ਲੜਾਈ ਹੋਣੀ ਜੇ, ਖਿਲਾਫਤ ਦੀ ਸੀਟ ਤੇ ਕਿਹੜਾ ਬੇਗ, ਉਹਦੇ ਤੋਂ ਲੜਾਈ ਹੋ ਕੇ ਇਹਨਾਂ ਦੇ ਹੋਰ ਫਿਰਕੇ ਬਣਨੇ ਜੇ। ਇਹ ਚਲੋ ਅੱਜ ਮੇਰੀ ਪੇਸ਼ਗੋਈ ਚਲੋ ਰਿਕਾਰਡ ਹੋ ਗਈ। ਦੇਖੋ ਜਿਹੜਾ ਕਾਦੀਆਨੀ ਪੀਰ ਮਿਰਜ਼ਾ ਮਸਰੂਰ ਜਦੋਂ ਇਹਨਾਂ ਨੇ ਬਿਠਾਣਾ ਸੀ ਨਾ, ਇਹਦੀ ਤਿਆਰੀ ਨਵੇਂ ਪੀਰ ਦੀ ਲੁੱਟੇ ਚੰਦੇ ਦੀ ਢੇਰੀ ਤੇ ਕਿੰਨੇ ਕਬਜ਼ਾ ਕਰਨਾ ਹੈ, ਇਹ 3 ਸਾਲ ਪਹਿਲੋਂ ਇਹਦੀ ਤਰਬੀਅਤ ਹੋਣੀ ਸ਼ੁਰੂ ਹੋ ਗਈ ਸੀ ਕਿ ਤੂੰ ਦਾੜੀ ਦੇ ਉੱਤੇ ਹੱਥ ਕਿਵੇਂ ਮਾਰਨਾ ਹੈ ਤਾਂ ਕਿ ਸੋਹਣਾ ਲੱਗੇ ਤੇ ਮਲੰਗਣੀਆਂ ਜਿਹੜੀਆਂ ਨੇ ਵਾਰੇ ਨਿਆਰੇ ਜਾਣ। ਤੂੰ ਬਹਿਣਾ ਕਿੰਜੇ, ਤੂੰ ਹੱਥ ਦੀਆਂ ਉਂਗਲੀਆਂ ਅੱਗੋਂ ਕਿਵੇਂ ਜੋੜਨੀਆਂ ਨੇ। ਜਦੋਂ ਇਹ ਨਵਾਂ ਬੈਠਾ ਨਾ ਕਾਦੀਆਨੀ ਪੀਰ ਮਿਰਜ਼ਾ ਮਸਰੂਰ, ਇਹਦੇ ਬਾਰੇ ਚ ਇੱਥੇ ਇੱਕ ਮਲੰਗ ਇਹਨਾਂ ਦਾ, ਉਹਦਾ ਨਾਂ ਹੈ ਹਾਫਿਜ਼ ਮੁਜ਼ੱਫਰ, ਉਹਨੂੰ ਆਂਦੇ ਨੇ। ਇੱਥੇ ਕੈਨੇਡਾ ਆਇਆ, ਉਹ ਆਖਣ ਲੱਗਾ ਕਿ ਇਹ ਮਿਰਜ਼ਾ ਮਸਰੂਰ ਮੇਰੇ ਅੰਡਰ ਕੰਮ ਕਰਦਾ ਰਿਹਾ, ਯਾਨੀ ਕਿ ਅੰਡਰ ਤੋਂ ਮੁਰਾਦ ਦੇ ਵਿੱਚ ਚੰਦਾ ਲੁੱਟਣ ਵਾਲੀਆਂ ਸਾਰੀਆਂ ਬਦਬਲਾਵਾਂ ਰਲ ਮਿਲ ਕੇ ਲੁੱਟਦੀਆਂ ਨੇ। ਇਹ ਹਾਫਿਜ਼ ਮੁਜ਼ੱਫਰ ਦੇ ਅੰਡਰ ਸੀ ਮਿਰਜ਼ਾ ਮਸਰੂਰ। ਉਹਨੇ ਵਾਕਿਆ ਸੁਣਾਇਆ ਹਾਫਿਜ਼ ਮੁਜ਼ੱਫਰ ਨੇ। ਉਹਨੇ ਕਿਹਾ ਕਿ ਕੋਟੇ ਮੈਂ ਇਹਨੂੰ ਭੇਜਿਆ, ਉੱਥੇ ਕੋਈ 4 ਮਲੰਗ ਸਨ, ਉਹਨਾਂ ਦਾ ਘਰੌਲਾ ਸੀ, ਤੇ ਮੈਂ ਇਹਨੂੰ ਭੇਜਿਆ ਵੀ ਤੂੰ ਜਾ ਕੇ ਨਾ ਤੇ ਉਹ ਉੱਥੇ ਨਾ ਮਿਲ ਕੇ ਆ। ਮੈਨੂੰ ਆਖਣ ਲੱਗਾ ਫਿਰ ਮੈਨੂੰ ਉੱਥੇ ਬੋਲਣਾ ਵੀ ਪਏਗਾ, ਤਕਰੀਰ ਕਰਨੀ ਪਏਗੀ, ਉਹ ਤੇ ਮੈਨੂੰ ਸ਼ਰਮ ਆਉਂਦੀ ਏ। ਤੇ ਅਸਲ ਦੇ ਵਿੱਚ ਉਹ ਹਾਫਿਜ਼ ਮੁਜ਼ੱਫਰ ਜਿਹੜਾ ਕਾਦੀਆਨੀ ਮਲੰਗ ਏ, ਉਹ ਇਹ ਪਿਆ ਦੂਜਿਆਂ ਮਲੰਗਾਂ ਨੂੰ ਦੱਸਦਾ ਸੀ ਕਿ ਲੁੱਟੇ ਚੰਦੇ ਦੀ ਢੇਰੀ ਤੇ ਕਬਜ਼ਾ ਕਰਨ ਤੋਂ ਬਾਅਦ ਬਰਕਤਾਂ, ਖਿਲਾਫਤ ਦੀਆਂ ਬਰਕਤਾਂ, ਇਹ ਜਦੋਂ ਖਲੀਫਾ ਬਣਿਆ ਇਹਨੂੰ ਬੋਲਣਾ ਨਹੀਂ ਸੀ ਆਉਂਦਾ, ਇਹ ਸ਼ਰਮ ਕਰਦਾ ਸੀ, ਲੇਕਿਨ ਅੱਲਾ ਨੇ ਉਹਨੂੰ ਸਾਰੀ ਦੁਨੀਆ ਵਾਸਤੇ ਤਕਰੀਰ ਕਰਨ ਵਾਸਤੇ ਨਾਮਜ਼ਦ ਕਰ ਦਿੱਤਾ। ਅਸਲ ਉਹ ਇਹਨਾਂ ਨੂੰ ਮਲੰਗਾਂ ਨੂੰ ਚੂਨਾ ਲਾਉਂਦਾ ਸੀ। ਠੀਕ ਹੈ, ਜਦੋਂ ਇਹ ਸ਼ੁਰੂ ਚ ਆਇਆ ਤੇ ਇਹਦੀ ਖੰਘ ਹੀ ਨਹੀਂ ਸੀ ਬੰਦ ਹੁੰਦੀ। ਹੁਣ ਪਤਾ ਨਹੀਂ ਇਹਨਾਂ ਨੇ ਕਿਹੜਾ ਕੁਸ਼ਤਾ ਦਿੱਤਾ ਇਹਨੂੰ, ਇਲਹਾਮੀ ਫੀਮ ਪਾ ਕੇ। ਹੁਣ ਵੇਖਿਆ ਕਦੀ ਖੰਘਿਆ ਘੱਟ ਏ। ਉਹਨੇ ਕਿਸੇ ਮਰਦ ਦਾ ਦੁੱਧ ਪੀਤਾ ਹੋਣਾ ਫਿਰ। ਅੱਛਾ,
ਉਹ ਜਨਾਬ ਜਿਹੜਾ ਤੁਸੀਂ ਆਂਦੇ ਹੋ ਨਾ, ਪੁੱਛਣ ਦੇ ਹੋ ਮੁਫਤੀ ਸਾਹਿਬ ਨੂੰ ਵੀ ਨਵਾਂ ਕਿਹੜਾ ਕਾਦੀਆਨੀ ਪੀਰ ਹੈ ਜਿਹਨੇ ਚਿੱਟੀ ਸੁੱਥਣ ਪਾ ਕੇ ਕਾਦੀਆਨੀ ਮਲੰਗਾਂ ਨੂੰ ਚੂਨਾ ਲਾਣਾ ਹੈ, ਉਹ ਸੁੱਥਣ ਪਾਣੀ ਕਿਸ ਤਰ੍ਹਾਂ ਹੈ, ਦਾੜੀ ਕਿੰਨੀ ਵਧਾਣੀ ਹੈ, ਮੂੰਹ ਕਿੰਜ ਦਾ ਨਜ਼ਰ ਆਏ, ਦਾੜੀ ਦੇ ਉੱਤੇ ਹੱਥ ਕਿਵੇਂ ਮਾਰਨੇ ਨੇ, ਹੱਥਾਂ ਦੇ ਇਸ਼ਾਰੇ ਕਿਵੇਂ ਕਰਨੇ ਨੇ, ਉਹ ਨਾ ਟ੍ਰੇਨਡ ਕਰਕੇ ਇੱਕ ਨੌਸਰਬਾਜ਼ ਪਹਿਲੋਂ ਹੀ ਤਿਆਰ ਕੀਤਾ ਹੈ। ਤੁਸੀਂ ਫਿਕਰ ਨਾ ਕਰੋ। ਉਹ ਪਹਿਲੀ ਗੱਲ ਤੇ ਵੇ ਕੋਈ ਕਾਦੀਆਨੀ ਪੀਰਾਂ ਦਾ ਮੁੰਡਾ ਹੈ, ਉਹ ਕੋਈ ਆ ਚੰਦਾ ਦੇਣ ਵਾਲੇ ਬਦਨਸੀਬਾਂ ਚ ਕੋਈ ਨਹੀਂ। ਇਹ ਤੇ ਜੁੱਤੀਆਂ ਖਾਣ ਵਾਲੇ ਨੇ ਉਂਝ ਹੀ ਆਣ ਕੇ ਸੋਸ਼ਲ ਮੀਡੀਆ ਤੋਂ ਪਈਆਂ ਖਾਧੀਆਂ, ਉਂਝ ਲੋਕਾਂ ਕੋਲ ਪਈਆਂ ਖਾਧੀਆਂ, ਇਹਨਾਂ ਚੋਂ ਕੋਈ ਨਹੀਂ। ਇਹਨਾਂ ਨੂੰ ਮਲੰਗਾਂ ਨੂੰ ਉਹਨਾਂ ਲਾਇਆ ਟਰੱਕ ਦੀ ਬੱਤੀ ਪਿੱਛੇ ਵੀ ਨਬੀ ਵੀ ਆ ਸਕਦਾ। ਚੌਧਰੀ ਸਾਹਿਬ ਮੰਨੋ ਘੋਲ ਪੈਣਾ ਜੇ, ਘੋਲ ਪੈਣਾ ਇੱਕ ਵਾਰੀ ਤੇ ਘੋਲ ਬੜਾ ਵੱਡਾ ਪੈਣਾ ਹੈ। ਔਰ ਇਸ ਕੁਰਸੀ ਵਾਸਤੇ ਬੜੇ ਬੜੇ ਕਾਦੀਆਨੀ ਤੜਫਦੇ ਨੇ ਤੇ ਉਹ ਨਜ਼ਰ ਲਾ ਕੇ ਬੈਠੇ ਜੇ। ਮੈਨੂੰ ਤਾਂ ਲੱਗਦਾ ਕੋਈ 10-12 ਫਿਰਕੇ ਬੰਨੇ ਬੰਨੇ। ਮੈਂ ਇੱਕ ਅਰਜ਼ ਕਰਾਂ ਮੁਫਤੀ ਸਾਹਿਬ, ਜੋ ਮੈਨੂੰ ਨਜ਼ਰ ਆਉਂਦਾ ਨਾ, ਦੇਖੋ ਹੁਣ ਰੀਸੈਂਟਲੀ ਜਿਹੜਾ ਈਸਾਈਆਂ ਦਾ ਪੋਪ ਹੈ ਉਹਨੂੰ ਹਫਤਾ ਡੇਢ ਹੋ ਗਿਆ ਫੌਤ ਹੋ ਗਿਆ। ਤੁਸੀਂ ਪੜਿਆ ਹੋਣਾ ਜਿਹੜਾ ਦੂਜਾ ਕਾਦੀਆਨੀ ਪੀਰ ਸੀ ਨਾ, ਖਲੀਫਾ ਜ਼ਾਨੀ, ਉਹਨੇ ਲਿਖਿਆ ਹੈ ਕਿ ਅਸੀਂ ਆਪਣੀ ਖਿਲਾਫਤ ਦਾ ਚੁਣਾਵ ਪੋਪ ਦੇ ਤਰੀਕੇਕਾਰ ਨਾਲ ਬਣਾ ਲਈਏ। ਉਹਨਾਂ ਦੀ ਖਿਲਾਫਤ ਬੜਾ ਚਿਰ ਹੋ ਗਿਆ ਚੱਲਦੀ ਹੈ ਤੇ ਸਾਡਾ ਵੀ ਕੰਮ ਚੱਲਦਾ ਰਹੇਗਾ। ਕੱਲ ਮੈਂ ਪੜਿਆ BBC ਦੇ ਉੱਤੇ, ਉਹ ਲਿਖਿਆ ਸੀ ਈਸਾਈ ਮੰਨਦੇ ਨੇ ਕਿ ਇਹ ਸਾਡਾ ਜਿਹੜਾ ਪੋਪ ਇਹਨੂੰ ਖੁਦਾ ਬਣਾਉਂਦਾ ਹੈ। ਉਹ ਹੀ ਲਫ਼ਜ਼ ਜਿਹੜਾ ਕਾਦੀਆਨੀ ਮਲੰਗਾਂ ਨੂੰ ਚੂਨਾ ਲਾਇਆ ਇਹਨਾਂ ਨੇ ਕਿ ਖਲੀਫਾ ਖੁਦਾ ਬਣਾਉਂਦਾ ਹੈ। ਤੁਸੀਂ ਉਹ BBC ਤੇ ਲਿਖਿਆ ਕਾਲਮ, ਈਸਾਈਆਂ ਦਾ ਇਹ ਮੰਨਣਾ ਹੈ ਕਿ ਪੋਪ ਨੂੰ ਖੁਦਾ ਬਣਾਉਂਦਾ ਹੈ। ਠੀਕ ਹੈ ਨਾ ਜੀ। ਇਹ ਲੈਣ ਵੀ ਇਹਨਾਂ ਵਿਚਾਰਿਆਂ ਨੇ ਉੱਥੋਂ ਚੋਰੀ ਕੀਤੀ ਹੈ। ਠੀਕ ਹੈ ਨਾ। ਉਹਨਾਂ ਦਾ ਇਹ ਵੇ ਕਿ ਜਿਹੜੀਆਂ ਵੱਡੀਆਂ ਵੱਡੀਆਂ ਉਹਨਾਂ ਦੇ ਪਾਦਰੀ ਪੂਦੀ ਨੇ ਅੰਦਰ ਖਾਤੇ ਬੰਦ ਕਮਰੇ 'ਚ, ਲੇਕਿਨ ਈਸਾਈਆਂ ਦਾ ਮੰਨਣਾ ਹੈ ਕਿ ਪੋਪ ਨੂੰ ਖੁਦਾ ਬਣਾਉਂਦਾ ਹੈ। ਕਾਦੀਆਨੀਆਂ ਦੀ ਜਿਹੜੀ ਸਿਲੈਕਸ਼ਨ ਹੈ ਉਹ ਵੀ ਇਸ ਤਰ੍ਹਾਂ ਹੀ ਅੰਦਰ ਵੜ ਕੇ ਜਿਹੜੇ 4 ਅਹੁਦੇਦਾਰ ਨੇ ਤੇ ਉਹ ਹੀ ਲੈਣ, ਉਹ ਖਲੀਫਾ ਜ਼ਾਨੀ ਨੇ ਉੱਥੇ ਚੋਰੀ ਕਰਕੇ ਉਹਨਾਂ ਨੂੰ ਦਿੱਤੀ ਹੈ। ਹਰ ਦੂਜਾ ਮਲੰਗ ਰੌਲੀ ਪੈ ਪਾਉਂਦਾ ਖਲੀਫਾ ਖੁਦਾ ਬਣਾਉਂਦਾ, ਖਲੀਫਾ ਖੁਦਾ ਬਣਾਉਂਦਾ। ਉਂਝ ਈਸਾਈਅਤ ਨੂੰ ਖਤਮ ਕਰਨ ਆਏ ਨੇ। ਉਂਝ ਇਹਨਾਂ ਨੇ ਈਸਾਈਆਂ ਨੂੰ ਖਤਮ ਕਰਨਾ ਹੈ ਤੇ ਇਹਨਾਂ ਦਾ ਜਿਹੜਾ ਪੀਰ ਹੈ ਮੌਜੂਦਾ, ਉਹ ਵੀ ਸੁੱਥਣ ਪਾ ਕੇ ਤੇ 20-25 ਸਾਲ ਹੋ ਗਏ ਨੇ ਈਸਾਈਆਂ ਦੀ ਝੋਲੀ 'ਚ ਬੈਠਾ ਹੈ। ਖਤਮ ਹੈ ਨਾ, ਥੋੜੀ ਜਿਹੀ ਕਰੈਕਸ਼ਨ ਕਰੋ। ਖਤਮ ਕਰਨਾ ਨਹੀਂ, ਮਿਰਜ਼ੇ ਨੇ ਜਿਹੜੇ ਨਾਰੇ ਲਾਏ ਸਨ ਨਾ, ਉਹਨੇ ਇਹ ਨਾਰੇ ਲਾਏ ਸਨ ਮੈਂ ਈਸਾਈਅਤ ਨੂੰ ਖਤਮ ਕਰ ਦਿੱਤਾ ਹੈ। ਹਾਂਜੀ, ਮੁਕਾ ਦਿੱਤਾ। ਹਾਂ, ਉਹ ਨਾਰੇ ਤੇ ਉਹਦੇ ਇਹ ਸਨ, ਉਹਨੇ ਮੈਂ ਕਸਰੇ ਸਲੀਬ ਕਰਨ ਆਇਆ ਸਾਂ, ਮੈਂ ਕਰ ਦਿੱਤਾ, ਈਸਾਈਅਤ ਖਤਮ ਕਰ ਦਿੱਤੀ। ਉਹ ਜਿਵੇਂ ਅੱਜ ਕੱਲ ਮਿਰਜ਼ਾ ਜੂਨੀਅਰ ਜੇਲ੍ਹ ਮੇ ਨਹੀਂ ਆਂਦਾ ਪਿਆ, ਮੈਂ ਫਿਰਕਿਆਂ ਦੀਆਂ ਦੁਕਾਨਾਂ ਬੰਦ ਹੀ ਕਰ ਛੜੀਆਂ ਨੇ, ਫਿਰਕੇ ਤੇ ਖਤਮ ਹੀ ਹੋ ਗਏ ਨੇ। ਇਹ ਅਸਲ ਚ ਉਹਨੇ ਮਿਰਜ਼ੇ ਕਾਦੀਆਨੀ ਕੋਲ ਲਈ ਹੈ ਨਾ ਇਹ ਚੀਜ਼। ਹਾਂਜੀ, ਮੈਂ ਜਦੋਂ ਕਾਦੀਆਨੀ ਮਲੰਗ ਸਾਂ ਤੇ ਮੈਂ ਇੱਕ ਸ਼ੇਰ ਜੋੜੇ ਜਿਵੇਂ ਦੀ ਬ੍ਰੇਨ ਵਾਸ਼ਿੰਗ ਹੋਏ। ਉਹ ਮੇਰੇ ਆਪਣੇ ਸ਼ੇਰ ਸਨ ਕਿ ਮੁੱਕ ਚਲੀ ਦੁਨੀਆ, ਕਦੋਂ ਆਉਣਾ ਹੈ ਮਸੀਹ ਨੇ, ਤੇ ਮੰਨਦੇ ਨੇ ਜਿਹੜੇ ਉਹ ਕਰਦੇ ਵੀ ਕੀ ਨੇ। ਇੰਜ ਦੀ ਮੈਂ ਵੀ ਬੌਂਗੀਆਂ 4 ਜੋੜੀਆਂ ਸਨ। ਉਹ ਨਾ ਜਦੋਂ ਇਹ ਮਿਰਜ਼ੇ ਨੇ ਦਾਵਾ ਕੀਤਾ, ਇਹਨੇ ਇਹ ਕਿਹਾ ਸੀ ਕਿ ਦੁਨੀਆ ਦਾ ਆਖਰੀ ਟਾਈਮ ਸ਼ੁਰੂ ਹੋ ਗਿਆ। ਉਦੋਂ ਦੁਨੀਆ ਦੀ ਆਬਾਦੀ ਸੀ ਤਕਰੀਬਨ 1 ਅਰਬ, ਹੁਣ ਹੋ ਗਈ ਹੈ 7 ਅਰਬ। ਆਖਰੀ ਦੌਰ 7 ਅਰਬ ਦੁਨੀਆ ਹੋ ਗਈ ਹੈ। ਤੇ ਕਾਦੀਆਨੀ ਮਲੰਗਾਂ ਨੂੰ ਇਹ ਦੱਸਿਆ ਗਿਆ ਹੈ ਕਿ ਦੁਨੀਆ ਮੁੱਕ ਚਲੀ ਏ, ਛੇਤੀ ਛੇਤੀ ਕਾਦੀਆਨੀ ਪੀਰਾਂ ਨੂੰ ਮੰਨ ਲਓ। ਹੈ इस प्रोग्राम में शरीक मेहमान और कॉल करने वालों की आरा, मौक़िफ़ और ख़यालात उनके अपने ज़ाती हैं और ज़रूरी नहीं कि वो हमारे चैनल और टीम के ख़यालात, आरा और मौक़िफ़ की अक्कासी करें। हम किसी दूसरे फ़र्द की आरा और मौक़िफ़ के ज़िम्मेदार नहीं।